ਜਿਹੜਾ ਸਾਡਾ ਗੈਸਟ ਸੈਸ਼ਨ ਹੈਗਾ। ਤੇ ਮੈਂ ਆਪਣੇ ਬਾਰੇ ਥੋੜਾ ਦੱਸ ਦਿੰਦਾ। ਮੈਂ ਮੋਹਾਲੀ 'ਚ ਰਹਿੰਦਾ ਤੇ ਇੱਥੇ ਮੈਂ ਆਪਣੇ ਫੈਮਿਲੀ ਬਿਜ਼ਨਸ 'ਚ ਕੰਮ ਕਰਦਾ। ਤੇ ਅੱਜ ਜਿਹੜਾ ਸਾਡੇ ਗੈਸਟ ਸਪੀਕਰ ਨੇ ਤੇ ਉਹ ਮੈਂ ਜਿਵੇਂ ਦੱਸ ਰਿਹਾ ਸੀਗਾ ਪਹਿਲਾਂ ਰਵਿੰਦਰ ਭੈਣ ਜੀ ਨੂੰ ਕਿ ਉਹ ਇੱਥੇ ਉਹਨਾਂ ਦੀ ਜੰਮਪਲ ਸਹਾਰਨਪੁਰ ਯੂਪੀ ਤੋਂ ਹੈਗੀ ਹੈ। ਤੇ ਉਹਨਾਂ ਨੇ ਆਪਣੀ ਜਿਹੜੀ ਪੜ੍ਹਾਈ ਹੈਗੀ ਹੈ ਉਹ ਨੋਇਡਾ ਵਿੱਚ ਕੀਤੀ ਹੈ। ਤੇ ਉਹਨਾਂ ਨੇ ਇੰਜੀਨੀਅਰਿੰਗ ਕੀਤੀ ਹੈ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿੱਚ। ਤੇ ਫਿਰ ਉਹਨਾਂ ਨੇ ਕੰਮ ਕੀਤਾ ਬੰਬੇ ਵਿੱਚ ਜਾ ਕੇ, ਮੁੰਬਈ 'ਚ 3 ਸਾਲ। ਤੇ ਉੱਥੇ ਬੰਬੇ ਵਿੱਚ ਕੰਮ ਕਰਨ ਤੋਂ ਬਾਅਦ ਉਹ ਗਏ ਨੇ ਜਾਪਾਨ ਵਿੱਚ ਆਫਟਰ ਹਰ ਮੈਰਿਜ। ਤੇ ਹੁਣ ਉੱਥੇ ਹੀ ਰਹਿ ਰਹੇ ਨੇ 2012 ਤੋਂ ਜਾਪਾਨ ਦੇ ਵਿੱਚ। ਤੇ ਉੱਥੇ ਹੁਣ ਉੱਧਰ ਹੀ ਕੰਮ ਕਰਦੇ ਪਏ ਨੇ। ਤੇ ਮਨਮੀਤ ਭੈਣ ਜੀ ਉੱਧਰ ਹੁਣ ਉਹਨਾਂ ਨੇ ਜਾਪਾਨੀ ਜਿਹੜੀ ਬੋਲੀ ਹੈ ਉਹਨਾਂ ਦੀ ਉਹ ਵੀ ਉਹਨਾਂ ਨੇ ਸਿੱਖੀ ਹੈ ਕਾਫੀ ਹੱਦ ਤੱਕ। ਤੇ ਹੁਣ ਉੱਧਰ ਜਾ ਕੇ ਉਹਨਾਂ ਨੇ ਕਿੱਦਾਂ ਜਿਹੜਾ ਆਪਣੇ ਆਪ ਨੂੰ ਕਿੱਦਾਂ ਜੋੜੀ ਰੱਖਿਆ ਕੀਰਤਨ ਨਾਲ, ਗੁਰਬਾਣੀ ਨਾਲ। ਉਹਨਾਂ ਨੇ ਪਿਛਲੇ ਸਾਲ ਕੀਰਤਨ ਕਲਾਸਾਂ ਸ਼ੁਰੂ ਕੀਤੀਆਂ ਆਨਲਾਈਨ। ਤੇ ਉਹਨਾਂ ਨੇ ਇੱਕ ਕਲੱਬ ਵੀ ਬਣਾਇਆ ਉੱਥੇ ਜਾ ਕੇ ਜਿਹਦਾ ਕਿ ਨਾਮ ਹੈ ਗੁਰਮਤ ਲਰਨਰਸ ਕਲੱਬ, ਜਾਪਾਨ ਦੇ ਵਿੱਚ। ਮਨਮੀਤ ਭੈਣ ਜੀ ਠੀਕ ਕਹਿ ਰਹੇ ਹੋ ਮੈਂ? ਤੁਸੀਂ ਮਨਮੀਤ ਭੈਣ ਜੀ ਆਪਣੀ ਵੀਡੀਓ ਵੀ ਔਨ ਕਰ ਲਿਓ ਹੁਣ। ਹਾਂਜੀ ਵੀਰ ਜੀ। ਹਾਂਜੀ, ਥੈਂਕ ਯੂ ਭੈਣ ਜੀ। ਹਾਂਜੀ, ਤੁਸੀਂ ਮਨਮੀਤ ਭੈਣ ਜੀ ਹੁਣ ਤੁਹਾਨੂੰ ਇੱਕ ਵਾਰ ਆਪਣਾ ਜਿਹੜਾ ਹੈਗਾ ਜਰਨੀ ਦੇ ਥਰੂ ਥੋੜਾ ਜਿਹੜਾ ਵੀ ਉਹਨਾਂ ਦਾ ਸੈਸ਼ਨ ਹੈਗਾ ਆਪਣੇ ਬਾਰੇ ਦੱਸਣਗੇ ਤੇ ਆਪਣਾ ਜਿਹੜਾ ਉਹ ਜੋ ਵੀ ਸ਼ੇਅਰ ਕਰਨਾ ਚਾਹੁੰਦੇ। ਭੈਣ ਜੀ ਇੱਕ ਮੇਰਾ ਸਵਾਲ ਹੈਗਾ, ਜਿਹੜਾ ਇਹ ਤੁਸੀਂ ਲਿਖਿਆ ਗੁਰਮਤ ਲਰਨਰਸ ਕਲੱਬ, ਇਹਦੇ ਬਾਰੇ ਤੁਸੀਂ ਹੁਣੇ ਦੱਸੋਗੇ ਅੱਗੇ ਜਾ ਕੇ ਜਾਂ ਹੁਣੇ ਤੁਸੀਂ ਹਾਂਜੀ ਦੱਸਣਾ ਮੈਂ ਚਾਹੋਗੇ ਕਿ ਦੱਸਾਂਗੀ, ਕੀ ਕਰਾਂਗੇ? ਮੈਂ ਐਂਡ ਵਿੱਚ ਦੱਸਾਂਗੀ। ਹਾਂਜੀ ਓਕੇ ਠੀਕ ਹੈ ਭੈਣ ਜੀ, ਤੁਸੀਂ ਟੇਕ ਓਵਰ ਕਰ ਸਕਦੇ ਹੋ। ਤੇ ਮੈਂ ਸਲਾਈਡਸ ਇਧਰੋਂ ਉੱਪਰ ਥੱਲੇ ਕਰਦਾ ਰਹਾਂਗਾ ਤੇ ਮੈਂ ਆਪਣੀ ਸਾਈਡ ਮੈਂ ਆਪਣਾ ਮਿਊਟ ਕਰ ਦਿੰਦਾ। ਠੀਕ ਹੈ। ਓਵਰ ਟੂ ਯੂ ਭੈਣ ਜੀ। ਹਾਂਜੀ ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਕ ਚੀਜ਼ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਵੀ ਜੋ ਤੁਸੀਂ ਕੁਝ ਵੀ ਕਿਸੇ ਨੂੰ ਕੋਈ ਮੈਸੇਜ ਲਿਖਣਾ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਪਲੀਜ਼ ਚੈਟ ਵਿੱਚ ਲਿਖਿਓ। ਅਨਮਿਊਟ ਕੋਈ ਨਾ ਕਰਿਓ ਆਪਣੀ ਸਾਈਡ। ਤੇ ਮਨਮੀਤ ਭੈਣ ਜੀ ਚੈਟ ਉਹਨਾਂ ਨੇ ਆਪਣੀ ਔਨ ਰੱਖੀ ਤੇ ਉਹ ਸਾਰੇ ਮੈਸੇजेस ਉੱਥੋਂ ਹੀ ਸਿੱਧਾ ਪੜ੍ਹ ਲੈਣਗੇ, ਕਿਉਂਕਿ ਅਸੀਂ 25-26 ਜਣੇ ਹੈਗੇ ਆ। ਫਿਰ ਉਹਦੇ ਕਰਕੇ ਇੱਕ ਦੂਜੇ ਦੇ ਅਸੀਂ ਇੱਕ ਉੱਪਰ ਨਹੀਂ ਤਾਂ ਬੋਲੀ ਜਾਵਾਂਗੇ, ਫਿਰ ਉਹ ਟਾਈਮ ਉਹਦੇ 'ਚ ਖਰਾਬ ਹੋਏਗਾ। ਤੇ ਤੁਸੀਂ ਚੈਟ ਨੂੰ ਯੂਜ਼ ਕਰਿਓ ਆਪਣਾ ਨਾ, ਕੀਬੋਰਡ ਨਾਲ ਲਿਖ ਦਿਓ ਉੱਥੇ ਚੈਟ ਵਿੱਚ। ਥੈਂਕ ਯੂ। ਹਾਂਜੀ ਭੈਣ ਜੀ, ਆਈ ਹੋਪ ਸਲਾਈਡ ਆ ਗਈ ਹੋਵੇ ਸਾਹਮਣੇ। ਹਾਂਜੀ ਵੀਰ ਜੀ, ਤੁਸੀਂ ਲੋਕ ਬਹੁਤ ਹੀ ਵਡਭਾਗੇ ਹੋ ਜਿਹੜੇ ਗੁਰੂ ਜੀ ਨਾਲ ਜੁੜਨ ਵਾਸਤੇ ਉਦਮ ਵਰਗੇ ਇੱਕਦਮ ਡਿਫਰੈਂਟ ਟੌਪਿਕ ਤੇ ਡਿਸਕਸ ਕਰ ਰਹੇ ਹੋ, ਸਿੱਖ ਰਹੇ ਹੋ। ਤੇ ਕੋਈ ਬੱਚਾ ਮੈਨੂੰ ਮੈਸੇਜ ਕਰਕੇ ਦੱਸੇਗਾ ਤੁਸੀਂ ਉਦਮ ਤੋਂ ਤੁਸੀਂ ਕੀ ਸਿੱਖਿਆ, ਤਾਂ ਕਿ ਹੋ ਸਕਦਾ ਮੈਂ ਵੀ ਇੱਥੋਂ ਕੁਝ ਲੈ ਕੇ ਜਾਵਾਂ ਤੁਹਾਡੇ ਕੋਲੋਂ। ਪਲੀਜ਼ ਮੈਸੇਜ, ਤੁਸੀਂ ਉਦਮ ਤੋਂ ਕੀ ਸਿੱਖ ਰਹੇ ਹੋ, ਉਦਮ ਤੋਂ ਤੁਹਾਡੇ ਇੱਕ ਲਾਈਨ ਵਿੱਚ ਕੀ ਇੰਟਰਪ੍ਰੀਟੇਸ਼ਨ ਹੈ। कोई बच्चा लिखना चाहेगा? चलो पहले मैं अपनी अंडरस्टैंडिंग मेहनत करनी। दमनीत थैंक यू। और कोई बच्चा ऐड ऑन करना चाहता है? All species do them. Human go beyond others. Very nice. दोनों ने बहुत अच्छी गल की है। उद्यम अगर की नहीं है, उद्यम आलस ਦਾ ਨਾ ਹੋਣਾ ਉਦਮ ਹੈ। ਤੁਸੀਂ ਐਫਰਟ ਪਾ ਰਹੇ ਹੋ ਕਿਸੇ ਚੀਜ਼ ਵਿੱਚ, ਤੁਸੀਂ ਕੀ ਕਰ ਰਹੇ ਹੋ, ਕਿੰਨਾ ਐਫਰਟ ਪਾ ਰਹੇ ਹੋ ਕਿਸੇ ਆਊਟਪੁੱਟ ਨੂੰ ਪਾਉਣ ਵਾਸਤੇ, ਉਹਨੂੰ ਉਦਮ ਕਹਿੰਦੇ ਆ। ਤੇ ਉਦਮ ਬਹੁਤ ਹੀ ਨੈਸੈਸਰੀ ਹੈ। ਹਰ ਵਾਰੀ ਨਹੀਂ ਹੋਏਗਾ ਕਿ ਡਾਇਰੈਕਟ ਉਦਮ ਨਾਲ ਮੈਨੂੰ ਫਲ ਮਿਲ ਰਿਹਾ। ਹੋ ਸਕਦਾ ਹੈ ਕਈ ਹੋਰ ਬੰਦੇ ਉਦਮ ਕਰ ਰਹੇ ਹੋਣ ਜਿਹਦੇ ਕੌਨਸੀਕੁਐਂਸ ਕਰਕੇ ਮੈਨੂੰ ਕੁਝ ਅੱਛੀ ਚੀਜ਼ ਮਿਲ ਰਹੀ ਹੈ। ਜਿਵੇਂ ਅਗਰ ਤੁਹਾਡੇ ਘਰ ਵਿੱਚ ਕੋਈ ਪਰਿਵਾਰ ਦਾ ਮੈਂਬਰ ਖਾਣਾ ਬਣਾ ਰਿਹਾ ਹੈ ਤੇ ਤੁਸੀਂ ਖਾ ਰਹੇ ਹੋ, ਤੇ ਉਸ ਪਰਿਵਾਰ ਦੇ ਮੈਂਬਰ ਦਾ ਉਦਮ ਉਹਦੇ ਅੰਦਰ ਹੈ ਤੇ ਉਹ ਤੁਹਾਨੂੰ ਐਜ਼ ਉਹਦਾ ਰਿਜ਼ਲਟ ਤੁਹਾਨੂੰ ਮਿਲ ਰਿਹਾ।
ਤੇ ਸਿਮਿਲਰਲੀ ਮੇਰੇ ਉਦਮ ਕਰਨ ਨਾਲ ਹੋ ਸਕਦਾ ਹੈ ਬਹੁਤ ਸਾਰੇ ਬੰਦਿਆਂ ਨੂੰ ਫਾਇਦਾ ਹੋਏ। ਤੇ ਉਦਮ ਸਾਰੇ ਇੱਕ ਦੂਜੇ ਦਾ ਇਟ ਕੈਨ ਬੀ ਡਾਇਰੈਕਟ ਐਂਡ ਇਨਡਾਇਰੈਕਟ। ਤੇ ਇਹ ਮੇਰੀ ਅੰਡਰਸਟੈਂਡਿੰਗ ਹੈ ਕਿ ਉਦਮ ਤੋਂ ਅਸੀਂ ਕੀ ਸਮਝਦੇ ਹਾਂ। ਵਿਜੀ ਅਸੀਂ ਸਲਾਈਡ ਤੇ ਮੂਵ ਕਰ ਸਕਦੇ ਹਾਂ ਨੈਕਸਟ ਤੇ। ਨੈਕਸਟ ਤੇ effort, endeavor, venture, the input to get some output। ਆਲਸ ਦਾ ਨਾ ਹੋਣਾ, ਉਦਮੀ ਬੰਦਾ ਐਕਟਿਵ, ਡਿਲੀਜੈਂਟ ਤੇ ਹਮੇਸ਼ਾ એનર્ਜੈਟਿਕ ਰਹੇਗਾ। ਵਿਜੀ ਨੈਕਸਟ ਸਲਾਈਡ ਤੇ। ਥੋੜਾ ਆਪਣੇ ਜੀਵਨ ਤੇ ਜਾਣ ਤੋਂ ਪਹਿਲਾਂ ਅਸੀਂ ਗੁਰੂ ਸਾਹਿਬਾਨਾਂ ਤੇ ਜੀਵਨ ਤੋਂ ਲੈਂਦੇ ਹਾਂ ਕਿ ਉਹਨਾਂ ਨੇ ਕਿਵੇਂ ਕਿਵੇਂ ਡਿਫਰੈਂਟ ਤਰੀਕਿਆਂ ਨਾਲ ਉਦਮ ਕੀਤਾ। ਉਦਮ ਸਿਰਫ ਇਹ ਨਹੀਂ ਕਿ ਕਿਸੇ ਵਾਸਤੇ ਉਦਮ ਹੋ ਸਕਦਾ ਹੈ ਜਲਦੀ ਅੰਮ੍ਰਿਤ ਵੇਲੇ ਉੱਠਣਾ, ਕਿਸੇ ਵਾਸਤੇ ਹੋ ਸਕਦਾ ਹੈ ਕੀਰਤਨ ਕਰਨਾ, ਕਿਸੇ ਵਾਸਤੇ ਹੋ ਸਕਦਾ ਹੈ ਰਾਗ ਸਿੱਖਣਾ, ਕਿਸੇ ਵਾਸਤੇ ਹੋ ਸਕਦਾ ਹੈ ਕਿਸੇ ਗਰੀਬ ਦੇ ਮੂੰਹ 'ਚ ਖਾਣਾ ਪਾਣਾ। ਤੇ ਇਹ ਹਰ ਬੰਦੇ ਦੀ ਵੱਖਰੀ ਇੰਟਰਪ੍ਰੀਟੇਸ਼ਨ ਔਰ ਡਿਫਰੈਂਟ ਤਰ੍ਹਾਂ ਦੇ ਉਦਮ ਅਸੀਂ ਡਿਫਰੈਂਟ ਸਟੇਜਸ ਆਫ ਲਾਈਫ ਵਿੱਚ ਕਰਦੇ ਰਹਿੰਦੇ ਹਾਂ। ਤੇ ਦੇਖਦੇ ਹਾਂ ਗੁਰੂ ਸਾਹਿਬ ਦੀ ਜ਼ਿੰਦਗੀ ਵਿੱਚ, ਆਲਦੋ ਅਸੀਂ ਗੁਰੂ ਸਾਹਿਬਾਨਾਂ ਦੇ ਜ਼ਿੰਦਗੀ ਵਿੱਚ ਇੰਨੇ ਉਦਮ ਨੇ ਕਿ ਅਸੀਂ ਸਾਰੇ ਕਵਰ ਕਰ ਹੀ ਨਹੀਂ ਸਕਦੇ, ਬਟ ਇੱਕ ਇੱਕ ਉਦਮ ਮੈਂ ਟਰਾਈ ਕੀਤਾ ਪਿਕ ਕਰਨ ਦਾ, ਜਿਹੜਾ ਸਭ ਤੋਂ ਜ਼ਿਆਦਾ ਮੈਨੂੰ, ਅਗਰ ਮੈਂ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੀ ਹਾਂ ਤਾਂ ਸਭ ਤੋਂ ਜ਼ਿਆਦਾ ਮੈਨੂੰ ਸਭ ਤੋਂ ਪਹਿਲੀ ਕਿਹੜੀ ਗੱਲ ਯਾਦ ਆਉਂਦੀ ਹੈ। ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਅਸੀਂ ਵੇਖੀਏ, ਕੋਈ ਬੱਚਾ ਟਾਈਪ ਕਰਨਾ ਚਾਹੇਗਾ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਕਿਹੜਾ ਉਦਮ ਸਭ ਤੋਂ ਪਹਿਲੇ ਨਜ਼ਰ ਆਉਂਦਾ ਹੈ? ਕੀ ਤੁਹਾਨੂੰ ਲੱਗਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਉਦਮ ਤੁਹਾਡੇ ਨਜ਼ਰ ਵਿੱਚ ਸਭ ਤੋਂ ਪਹਿਲੇ ਆਇਆ? ਅਗਰ ਮੈਂ ਦੇਖਦੀ ਹਾਂ ਤੇ ਮੈਨੂੰ ਓਨੈਸਟੀ। ਹੋਰ ਕੋਈ ਬੱਚਾ ਲਿਖਣਾ ਚਾਹੁੰਦਾ ਹੈ? everyone is equal, very nice। ਇਕੁਐਲਿਟੀ ਵਾਸਤੇ ਗੁਰੂ ਸਾਹਿਬ ਨੇ ਉਦਮ ਕੀਤਾ ਕਿ ਏਦਾਂ ਦੇ ਰਿਫਾਰਮਸ ਲਿਆਏ ਜਾਣ ਜਿਹਦੇ ਨਾਲ ਸਾਰਿਆਂ ਨੂੰ ਇਕੁਐਲਿਟੀ ਮਿਲ ਸਕੇ। ਜਨੇਊ ਪਾਉਣ ਤੋਂ ਇਨਕਾਰ ਕਰਨਾ, ਉਹਨਾਂ ਦਾ ਇਹ ਉਦਮ ਸੀ ਆਪਣੀ ਫੈਮਿਲੀ ਦੇ ਅਗੇਂਸਟ ਖੜੇ ਹੋਣਾ ਕਿ ਨਹੀਂ, ਮੈਂ ਜਨੇਊ ਪਾ ਕੇ ਆਪਣੀ ਭੈਣ ਨੂੰ, ਆਪਣੀ ਮਾਂ ਨੂੰ ਆਪਣੇ ਤੋਂ ਛੋਟਾ ਨਹੀਂ ਕਰ ਸਕਦਾ, ਕਿਸੇ ਹੋਰ ਛੋਟੀ ਜਾਤ ਦੇ ਬੰਦੇ ਨੂੰ ਛੋਟੀ ਜਾਤ ਦਾ ਨਹੀਂ ਸਮਝ ਸਕਦਾ ਜਿਨ੍ਹਾਂ ਨੂੰ ਤੁਸੀਂ ਜਨੇਊ ਨਹੀਂ ਪਾਉਂਦੇ। ਤੇ ਗੁਰੂ ਜੀ ਨੇ ਇਦਾਂ ਦੇ ਬਹੁਤ ਸਾਰੇ ਉਦਮ ਕੀਤੇ। ਪਰਮੇਸ਼ਵਰ ਦੀ ਜੋਤ ਮੇਰੇ ਅੰਦਰ ਹੈ ਤੇ ਮੇਰੇ ਅੰਦਰ ਹੈ, ਬਾਹਰ ਨਹੀਂ। ਗੁਰੂ ਜੀ ਨੇ ਉਦਮ ਕੀਤਾ ਸਾਨੂੰ ਸਮਝਾਉਣ ਵਾਸਤੇ ਕਿ ਕੋਈ ਵੀ ਸੁਪਰਸਟੀਸ਼ਨ ਦੇ ਪਿੱਛੇ ਨਹੀਂ ਭਜਣਾ। ਥੈਂਕ ਯੂ ਸਾਰਿਆਂ ਦਾ। ਕਿਰਤ ਕਰੋ, ਵੰਡ ਛਕੋ, ਉਦਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਮੈਸੇਜ ਸਾਨੂੰ। ਰੱਬ ਦੀ ਅਸਲ ਹੋਂਦ ਤੋਂ ਵਾਕਿਫ ਕਰਵਾਇਆ। ਵੈਰੀ ਨਾਈਸ। ਕਿਰਤ ਕਰਨਾ, ਹਾਂਜੀ। ਤੇ ਅਗਰ ਮੈਂ ਚਾਰ ਉਦਾਸੀਆਂ, ਥੈਂਕ ਯੂ, ਇਸੀ ਪੁਆਇੰਟ ਤੇ ਮੈਂ ਆਉਣ ਵਾਲੀ ਸੀ। ਗੁਰੂ ਸਾਹਿਬ ਦੀ ਚਾਰ ਉਦਾਸੀਆਂ ਮੈਂ ਟਰਾਈ ਕੀਤਾ ਮੈਪ ਦਿਖਾਉਣ ਵਾਸਤੇ ਕਿ ਗੁਰੂ ਜੀ ਨੇ ਕਿਹੜੇ ਕਿਹੜੇ ਏਰੀਆਜ਼ ਕਵਰ ਕੀਤੇ। ਕੋਈ ਉਹਨਾਂ ਟਾਈਮਸ ਤੇ ਟਰਾਂਸਪੋਰਟੇਸ਼ਨ, ਜਿਵੇਂ ਅਸੀਂ ਹੁਣ ਅਗਰ ਇੰਡੀਆ ਜਾਣਾ ਹੈ ਤੇ ਟਿਕਟ ਬੁੱਕ ਕੀਤੀ, ਹੋਟਲ ਬੁੱਕ ਕੀਤਾ, ਕਿਹਦੇ ਘਰ ਰੁਕਣਾ ਹੈ, ਕਿਹੜੀ ਡੇਟ ਨੂੰ ਰੁਕਣਾ ਹੈ, ਸਭ ਕੁਝ ਡਿਸਾਈਡ ਕਰਕੇ ਰੱਖਿਆ। ਤੇ ਮੈਨੂੰ ਨਹੀਂ ਲੱਗਦਾ ਕਿ ਗੁਰੂ ਜੀ ਦੇ ਰਿਲੇਟਿਵਸ ਇਨ ਸਾਰੀ ਪਲੇਸਿਸ ਤੇ ਹੋਣਗੇ ਜਿੱਥੇ ਜਿੱਥੇ ਗੁਰੂ ਜੀ ਗਏ। ਗੁਰੂ ਜੀ ਨੂੰ ਨਹੀਂ ਪਤਾ ਸੀ ਕਿ ਉਹ ਉੱਥੇ ਜਾ ਕੇ ਕਿੱਥੇ ਰਹਿਣਗੇ, ਉਹਨਾਂ ਨੂੰ ਕਿਵੇਂ ਖਾਣਾ ਮਿਲੇਗਾ, ਕਿੱਦਾਂ ਦੀ ਡਾਈਟ ਹੋਏਗੀ ਉਹਨਾਂ ਦੀ, ਕਿਹੜੀ ਲੈਂਗੁਏਜ ਉਹ ਸਮਝਣਗੇ। ਬਟ ਫਿਰ ਵੀ ਗੁਰੂ ਜੀ ਨੇ ਕਿੰਨਾ ਵੱਡਾ ਉਦਮ ਕੀਤਾ ਕਿ ਉਹ ਸਾਰੀ ਜਗ੍ਹਾਵਾਂ ਤੇ ਗਏ ਰੱਬ ਦਾ ਮੈਸੇਜ ਪਹੁੰਚਾਉਣ ਵਾਸਤੇ। ਜਿਹੜੀ ਸੱਚਾ ਮੈਸੇਜ ਉਹਨਾਂ ਦੇ ਅੰਦਰ ਸੀ, ਜਿਹੜਾ ਰੱਬ ਨੇ ਆਪ ਉਹਨਾਂ ਦੇ ਅੰਦਰ ਪਾਇਆ ਹੋਇਆ ਸੀ, ਉਹ ਮੈਸੇਜ ਉਹ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੇ ਸੀ। ਤੇ ਉਹਨਾਂ ਨੇ ਇੰਨੇ ਏਰੀਆਜ਼ ਕਵਰ ਕੀਤੇ। ਤੇ ਉਹਨਾਂ ਦੀ ਲਾਈਫ ਸਾਨੂੰ ਕਿੰਨਾ ਇੰਸਪਾਇਰ ਕਰਦੀ ਹੈ ਉਦਮ ਕਰਨ ਵਾਸਤੇ, ਕਿ ਉਹਨਾਂ ਨੇ ਕਿੰਨਾ ਵੱਡਾ ਉਦਮ ਕੀਤਾ ਚਾਰ ਉਦਾਸੀਆਂ ਵਿੱਚ। ਜੀ ਨੈਕਸਟ ਸਲਾਈਡ ਤੇ। ਗੁਰੂ ਅੰਗਦ ਦੇਵ ਜੀ ਦੀ ਲਾਈਫ ਵਿੱਚ ਅਗਰ ਅਸੀਂ ਉਦਮ ਦੇਖੀਏ ਤੇ ਉਹਨਾਂ ਨੇ 35 ਅੱਖਰੀ ਫਾਰਮਲਾਈਜ਼ ਕੀਤੀ, ਬੱਚਿਆਂ ਨੂੰ ਕਲਾਸਾਂ ਲਗਾਉਣ ਦਾ ਉਦਮ ਕੀਤਾ, ਉਹਨਾਂ ਨੂੰ ਸਿਖਾਇਆ ਤੇ ਇਦਾਂ ਦੀ ਬੱਚਿਆਂ ਨੂੰ ਇਨਕਰੇਜ ਕੀਤਾ ਹੋਰ ਪੜ੍ਹਨ ਵਾਸਤੇ। ਇਦਾਂ ਹੀ ਗੁਰੂ ਅਮਰਦਾਸ ਜੀ ਤੇ ਅਗਰ ਜਾਈਏ ਤੇ ਗੁਰੂ ਜਿਹੜੀ ਏਜ ਵਿੱਚ ਹੁਣ ਅੱਜ ਦੀ ਅਗਰ ਏਜ ਗਰੁੱਪ ਦੇਖੀਏ 60+ ਪੀਪਲ ਰਿਟਾਇਰ ਫਰਮ ਦੇਅਰ ਵਰਕ, ਤੇ ਗੁਰੂ ਜੀ ਨੇ ਉਸ ਟਾਈਮ ਤੇ ਟੇਕਅਪ ਕੀਤਾ ਕਿ ਮਾਈ ਏਜ ਡਜ਼ਨਟ ਮੈਟਰ, ਮੈਂ ਫਿਰ ਵੀ ਫਿਜ਼ੀਕਲ ਵਰਕ ਕਰਨ ਨੂੰ ਤਿਆਰ ਹੋ ਗਏ ਤੇ ਹਮੇਸ਼ਾ ਸੇਵਾ ਕਰਦੇ ਰਹਿੰਦੇ ਸੀ ਆਪਣੇ ਤਨ ਨੂੰ ਦੁੱਖ ਦੇ ਕੇ। ਤੇ ਇਸੇ ਕਰਕੇ ਕਿ ਆਪਣੇ ਅੰਦਰ ਹਉਮੈ ਨੂੰ ਫਿਨਿਸ਼ ਕਰ ਸਕੀਏ, ਤੇ ਉਹਨਾਂ ਨੇ ਇਹ ਉਦਮ ਪਿਕਅਪ ਕੀਤਾ ਕਿ ਮੈਂ ਜਦ ਤੱਕ ਮੇਰੇ ਅੰਦਰੋਂ ਹਉਮੈ ਪੂਰੀ ਖਤਮ ਨਹੀਂ ਹੋ ਜਾਂਦੀ, ਮੈਂ ਹਮੇਸ਼ਾ ਲਈ
ਸੇਵਾ ਕਰਦਾ ਹੀ ਰਵਾਂਗਾ, ਚਾਹੇ ਵਟਐਵਰ ਮਾਈ ਏਜ ਇਜ਼। ਉਸ ਗੱਲ ਨੂੰ ਆਪਣੀ ਵੀਕਨੈਸ ਨਹੀਂ ਬਣਨ ਦਿੱਤਾ। ਕਈ ਮੰਜੀ ਸਿਸਟਮ ਸਟਾਰਟ ਕੀਤਾ ਉਹਨਾਂ ਨੇ, ਤੇ ਉਹਨਾਂ ਦੀ ਲਾਈਫ ਵੀ ਬਹੁਤ ਇੰਸਪੀਰੇਸ਼ਨਲ ਹੈ ਬਾਕੀ ਹੋਰ ਗੁਰੂਆਂ ਦੀ ਤਰ੍ਹਾਂ। ਫਿਰ ਗੁਰੂ ਰਾਮਦਾਸ ਜੀ ਨੂੰ ਦੇਖੋ ਅਗਰ, ਤੇ ਗੁਰੂ ਰਾਮਦਾਸ ਜੀ ਨੇ ਵਸਾਇਆ ਨਾ ਰਾਮਦਾਸਪੁਰ, ਤੇ ਕਿੰਨਾ ਉਦਮ ਦਾ ਕੰਮ ਕੀਤਾ ਕਿ ਇੱਕ ਸਿਟੀ ਕੋਈ ਇਸਟੈਬਲਿਸ਼ ਕਰ ਰਹੇ ਨੇ। ਨੀਂਹ ਰਖਵਾਈ ਹਰਮੰਦਰ ਸਾਹਿਬ ਦੀ, ਜਿਹੜਾ ਹਰਮੰਦਰ ਸਾਹਿਬ ਉਹਨਾਂ ਨੂੰ ਪਤਾ ਸੀ ਕਿ in future would be the center core of the Sikh religion। ਫਿਰ ਗੁਰੂ ਅਰਜਨ ਦੇਵ ਜੀ ਦਾ ਉਦਮ ਵੇਖੀਏ ਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਆਦਿ ਗ੍ਰੰਥ ਦਾ ਕੰਪਾਈਲ ਕਰਾਇਆ, ਪੂਰਾ ਸਾਰੇ ਗੁਰੂਆਂ ਦੀ ਬਾਣੀ ਨੂੰ ਕੰਪਾਈਲ ਕਰਾਇਆ। ਹਰਮੰਦਰ ਸਾਹਿਬ ਦੀ ਕੰਪਲੀਸ਼ਨ ਕਰਾਈ, ਉਹਦੇ ਵਿੱਚ ਪ੍ਰਕਾਸ਼ ਕਰਵਾਇਆ ਗੁਰੂ ਗ੍ਰੰਥ ਆਦਿ ਗ੍ਰੰਥ ਸਾਹਿਬ ਜੀ ਦਾ। ਤੇ ਉਹਨਾਂ ਦੀ ਲਾਈਫ ਵੀ ਇੰਸਪੀਰੇਸ਼ਨ ਨਾਲ ਭਰੀ ਹੋਈ ਹੈ। ਫਿਰ ਉਦਮ ਕੀਤਾ ਕਿ ਜੋ ਕਰੈਕਟ ਹੈ ਅਸੀਂ ਉਹਦੇ ਨਾਲ ਹੀ ਖੜੇ ਹੋਵਾਂਗੇ, ਤੇ ਉਸ ਕਰੈਕਟ ਨਾਲ ਖੜੇ ਹੋਣ ਵਾਸਤੇ ਆਪਣੀ ਸ਼ਹੀਦੀ ਵੀ ਦਿੱਤੀ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਅਗਰ ਆਈਏ, ਤੇ ਜਿਵੇਂ ਉਹਨਾਂ ਨੇ ਇੱਕਦਮ ਡਿਫਰੈਂਟ ਕਨਸੈਪਟ, ਡਿਫਰੈਂਟ ਇਨ ਦ ਸੈਂਸ ਕਿ ਇੱਕ ਨया ਵਿਊ ਪੁਆਇੰਟ ਦਿੱਤਾ ਕਿ ਅਕਾਲ ਤਖਤ ਸਾਹਿਬ ਵੀ ਸਟੈਬਲਿਸ਼ ਕੀਤਾ। ਸਾਡੇ ਵਾਸਤੇ, ਸਾਰੇ ਬੱਚਿਆਂ ਵਾਸਤੇ ਇੱਕ ਬਹੁਤ ਵੱਡੀ ਪ੍ਰੇਰਨਾ ਹੈ ਕਿ whenever you reach any place, you do not have to forget the core values, the values that drive you। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੋਲਿਆ ਕਿ ਮੀਰੀ ਤੇ ਪੀਰੀ ਇਕੱਠੀ ਰਹਿਣੀ ਚਾਹੀਦੀ ਹੈ। ਤੁਹਾਡੀ ਭਗਤੀ, ਤੁਹਾਡੀ ਵੈਲਿਊਜ਼, ਤੁਹਾਡੇ ਜੋ ਵੀ ਡਿਸੀਜਨਸ ਤੁਸੀਂ ਜਦ ਵੀ ਲਓ, ਉਹ ਵੈਲਿਊਜ਼ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਰੱਖੋ, ਹੈ ਨਾ। ਕਿ ਕੋਈ ਵੀ ਅਗਰ ਤੁਸੀਂ ਬਹੁਤ ਅੱਛੀ ਕਿਸੇ ਪੋਜੀਸ਼ਨ ਤੇ ਪਹੁੰਚ ਜਾਂਦੇ ਹੋ, ਤੇ ਕਦੀ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਹੋਣ ਦੇਣੀ, ਕਿਉਂਕਿ ਤੁਹਾਡੇ ਅੰਦਰ ਜਿਹੜੀ ਕੋਰ ਵੈਲਿਊਜ਼ ਤੁਹਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਈ ਹੈ ਕਿ ਜਦ ਤੁਹਾਡੇ ਕੋਲ ਪਾਵਰ ਹੈ, ਤੇ ਡੂ ਨਾਟ ਫੋਰਗੇਟ ਦੈਟ ਅਲਮਾਈਟੀ ਨੇ ਜੋ ਸਾਨੂੰ ਵੈਲਿਊਜ਼ ਦਿੱਤੀ, ਸਾਨੂੰ ਪ੍ਰਿੰਸੀਪਲਸ ਦਿੱਤੇ, ਉਹਨਾਂ ਨੂੰ ਡਰਾਈਵ ਕਰਨੇ ਆ ਸਾਡੇ ਡਿਸੀਜਨਸ ਨੂੰ। ਤੇ ਇੱਕਦਮ ਪਰਸਨਲ ਰਿਕੁਐਸਟ ਹੈ ਸਾਰੇ ਬੱਚਿਆਂ ਲਈ ਕਿ ਪਲੀਜ਼ ਕੈਰੀ ਦਿਸ ਵਿਦ ਯੂ ਫॉर एवर। ਜਿਹੜੀ ਮੀਰੀ ਹੈ ਤੇ ਪੀਰੀ ਹੈ, ਭਗਤੀ ਤੇ ਤੁਹਾਨੂੰ ਸ਼ਕਤੀ, ਦੋਨਾਂ ਨੂੰ ਕੰਬਾਈਨ ਕਰਕੇ ਜਦ ਵੀ ਚੱਲੋਗੇ, ਤੇ ਇਸ ਲੋਕ ਵਿੱਚ ਵੀ everybody would praise you and definitely will get the happiness of ਗੁਰੂ ਜੀ। ਫਿਰ ਗੁਰੂ ਹਰ ਰਾਏ ਜੀ ਬਹੁਤ ਹੀ ਇਨਵਾਇਰਨਮੈਂਟ ਫ੍ਰੈਂਡਲੀ ਸੀਗੇ। ਉਹਨਾਂ ਨੇ ਬਹੁਤ ਸਾਰੇ ਉਦਮ ਕੀਤੇ ਇਨਵਾਇਰਨਮੈਂਟ ਵਾਸਤੇ। ਉਹਨਾਂ ਨੇ ਕੀਰਤਪੁਰ ਸਾਹਿਬ ਵਸਾਇਆ, ਉਹਦੇ ਵਿੱਚ ਪਲਾਂਟਸ ਲਗਾਏ, ਆਯੁਰਵੈਦਿਕ ਮੈਡੀਸਿਨਸ। ਉਹਨਾਂ ਨੇ ਬਹੁਤ ਹੀ ਇਨਵਾਇਰਨਮੈਂਟ ਫ੍ਰੈਂਡਲੀ ਸਾਨੂੰ ਹੋਣ ਦੀ ਪ੍ਰੇਰਨਾ ਦਿੱਤੀ ਕਿ ਸਿੱਖ ਦੇ ਵਿੱਚ ਨਾ ਕੁਛ ਵੀ, ਕੋਈ ਵੀ ਵੈਲਿਊ ਜਿਹੜੀ ਹੁੰਦੀ ਹੈ ਉਹ ਰਹਿਣੀ ਨਹੀਂ ਚਾਹੀਦੀ। ਤੇ ਗੁਰੂ ਜੀ ਨੇ ਜੋ ਵੀ ਏਰੀਆਜ਼ ਹੋ ਸਕਦੇ ਨੇ ਗੁੱਡ ਵੈਲਿਊਜ਼ ਦੇ, ਉਹ ਸਾਰੇ ਦੇ ਸਾਰੇ ਆਪਣੇ 10 ਜਾਮਿਆਂ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਜਾਮਿਆਂ, ਸਾਰੀ ਪ੍ਰੇਰਨਾ ਸਾਨੂੰ ਸਿੱਖਾਂ ਨੂੰ ਮਿਲ ਸਕੇ। ਫਿਰ ਅਗਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਜਾਂਦੇ ਆ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਿੰਨੀ ਛੋਟੀ ਉਮਰ ਵਿੱਚ ਨਾ ਪਾਤਸ਼ਾਹੀ ਉਹਨਾਂ ਨੂੰ ਮਿਲੀ, ਗੁਰੂ ਗੱਦੀ ਤੇ ਬੈਠੇ। ਫਿਰ ਦਿੱਲੀ ਤੱਕ ਆਏ। ਫਿਰ ਦਿੱਲੀ ਵਿੱਚ ਜਦ ਉਹਨਾਂ ਨੂੰ ਦਿਖਿਆ ਕਿ ਇਤਨਾ ਐਪੀਡੈਮਿਕ ਫੈਲ ਰਿਹਾ ਸਮਾਲ ਪੌਕਸ ਦਾ, ਤੇ ਵੀ ਕੈਨ ਕੰਪਲੀਟਲੀ ਰਿਲੇਟਡ, ਕਿਉਂਕਿ ਹੁਣ ਤੇ ਇੱਕਦਮ ਕੋਰੋਨਾ ਵਾਲਾ ਟਾਈਮ ਹੈ ਨਾ, ਤੇ ਅਸੀਂ ਲੱਗਦਾ ਹੈ ਸਾਨੂੰ ਕਿ ਆਪਣੇ ਆਪ ਨੂੰ ਸੇਵ ਕਰੀਏ। ਤੇ ਗੁਰੂ ਜੀ ਨੇ ਸਾਰਿਆਂ ਦੀ ਸੇਵਾ ਕਰਨਾ ਜ਼ਿਆਦਾ ਇੰਪੋਰਟੈਂਟ ਸਮਝਿਆ। ਤੇ ਸਾਨੂੰ ਵੀ ਉਹਨਾਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜਿਹੜੇ ਵੀ ਨੀਡੀ ਨੇ, ਜਿਨ੍ਹਾਂ ਕੋਲ ਹੈਲਪ ਨਹੀਂ ਹੈ, ਸਾਨੂੰ ਉਹਨਾਂ ਨੂੰ ਹੈਲਪ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਹਦੇ ਕੋਲ ਜਿਹੜਾ ਸਾਧਨ ਹੈ ਉਹਦੇ ਨਾਲ, ਜਿਹੜਾ ਮੋਨੀਟਰਲੀ ਹੈਲਪ ਕਰ ਸਕਦਾ ਉਹਨੇ ਮੋਨੀਟਰਲੀ ਹੈਲਪ ਕਰਨੀ ਚਾਹੀਦੀ ਹੈ। ਜਿਹੜਾ ਮੈਡੀਸਨਸ, ਕੱਪੜਿਆਂ ਨਾਲ, ਖਾਣੇ ਨਾਲ, ਜਿਵੇਂ ਵੀ ਹੈਲਪ ਕਰ ਸਕਦੇ ਆ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਤੋਂ ਜਿਹੜੇ ਥੱਲੇ ਨੇ, ਜਿਹੜੇ ਵੀਕਰ ਸੈਕਸ਼ਨਸ ਨੇ, ਉਹਨਾਂ ਦੀ ਹੈਲਪ ਕੀਤੀ ਜਾਏ। ਇੱਕ ਕੁਐਸਚਨ ਆਇਆ ਹੈ ਇੰਦਰਪ੍ਰੀਤ ਸਿੰਘ ਦੀ ਆਈਡੀ ਤੋਂ ਕਿ ਜਾਮਿਆ ਕੀ ਹੁੰਦਾ ਹੈ। ਇਹ ਕੁਐਸਚਨ ਮੈਨੂੰ ਸਮਝ ਨਹੀਂ ਆਇਆ। ਤੁਸੀਂ ਪਿਛਲੀ ਸਲਾਈਡ 'ਚ ਕਹਿ ਰਹੇ ਸੀਗੇ ਕਿ ਜਾਮਿਆ ਕੁਝ ਤੁਸੀਂ ਕਹਿ ਰਹੇ ਸੀ, ਤਾਂ ਮੈਨੂੰ ਅੱਛਾ ਜਾਮਿਆ, ਅੱਛਾ ਗੁਰੂ ਜੀ ਨੇ ਜਿਹੜੇ ਐਕਚੁਅਲ ਜਿਹੜਾ ਕੋਰ ਜਿਹੜੀ ਵੈਲਿਊ ਹੈ, ਗੁਰੂ ਨਾਨਕ ਦੇਵ ਜੀ ਨੇ ਜਦ ਆਪਣੀ ਜੋਤ ਜਿਹੜੀ ਵੈਲਿਊਜ਼ ਨੇ, ਉਹ ਗੁਰੂ ਅੰਗਦ ਦੇਵ ਜੀ ਨੂੰ ਜਦ ਸੌਂਪੀਆਂ ਨੇ, ਤੇ ਉਹ ਵੈਲਿਊ ਜਦ ਆਰ ਮੂਵਿੰਗ ਫਾਰਵਰਡ ਨਾ, ਜਿਵੇਂ ਜੋਤ ਗੁਰੂ ਨਾਨਕ ਦੇਵ ਜੀ ਦੀ ਜੋਤ ਗੁਰੂ ਅੰਗਦ ਦੇਵ ਜੀ ਦੀ ਬੈਠੀ,
ਜਿਨ੍ਹਾਂ ਨੂੰ ਅਸੀਂ ਮੱਥਾ ਟੇਕਣ ਲੱਗੇ, ਫਿਰ ਗੁਰੂ ਅਮਰਦਾਸ ਜੀ ਵਿੱਚ, ਫਿਰ ਗੁਰੂ ਰਾਮਦਾਸ ਜੀ ਵਿੱਚ, ਗੁਰੂ ਅਰਜਨ ਦੇਵ ਜੀ, ਏਦਾਂ ਹੀ 10 ਪਾਤਸ਼ਾਹੀਆਂ ਜਿਹੜੀਆਂ ਨੇ ਜਿਨ੍ਹਾਂ ਨੂੰ ਅਸੀਂ 10 ਗੁਰੂ ਕਹਿੰਦੇ ਨੇ, ਉਹਨਾਂ ਦੇ ਅੰਦਰ ਜੋਤ ਗਈ। ਤੇ ਫਿਰ ਹੁਣ ਜਿਹੜੀ ਜੋਤ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਜਿਹੜੀ ਕੋਰ ਵੈਲਿਊਜ਼ ਨੇ ਸਾਡੀਆਂ ਉਹ ਇਦਾਂ ਮੂਵ ਔਨ ਹੁੰਦੀਆਂ ਹੀ ਆ। ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਕਿ ਜਿਹੜੀ ਸਾਡੇ ਪ੍ਰਿੰਸੀਪਲਸ ਨੇ, ਜਿਹੜੇ ਅਸੀਂ ਫੋਲੋ ਕਰਨਾ ਹੈ, ਜੋ ਵੀ ਸਾਡੇ ਜੀਵਨ ਦਾ ਗੁਰੂ ਜੀ ਤੋਂ ਲੈਣ ਵਾਲੇ ਵੈਲਿਊਜ਼ ਇੰਬਾਈਬ ਨੇ, ਉਹ ਸਭ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੇ। ਤੇ ਜਾਮੇ ਨੇ ਸਰੀਰ ਜਿਨ੍ਹਾਂ ਨੇ ਕੈਰੀ ਕੀਤੀ ਹੈ ਲਾਈਟ, ਜਿਵੇਂ ਗੁਰੂ ਨਾਨਕ ਦੇਵ ਜੀ ਦਾ ਇੱਕ ਜਾਮਾ ਹੈ, ਉਹਨਾਂ ਦੀ ਬੋਡੀ ਨੂੰ ਜਾਮਾ ਕਹਿ ਸਕਦੇ ਹੋ। ਫਿਰ ਗੁਰੂ ਅੰਗਦ ਦੇਵ ਜੀ ਦਾ, ਗੁਰੂ ਅਮਰਦਾਸ ਜੀ ਦਾ, ਜੋਤ ਇੱਕੋ ਹੀ ਹੈ ਬਟ ਉਹ ਜਾਮਾ ਬਦਲ ਰਹੇ ਨੇ, ਉਹ ਸਰੀਰ ਬਦਲ ਰਹੇ ਨੇ। ਤੇ ਉਹ ਮੇਰਾ ਮਤਲਬ ਸੀ ਕਹਿਣ ਦਾ ਕਿ 10 ਜਾਮਿਆਂ ਵਿੱਚ, ਮਤਲਬ 10 ਸਰੀਰਾਂ ਵਿੱਚ ਜਿਨ੍ਹਾਂ ਵਿੱਚ ਗੁਰੂ ਜੀ ਆਏ ਨੇ, ਉਹ ਸਾਨੂੰ ਹਰ ਵੈਲਿਊ ਦਾ ਇੱਕ ਲਾਈਵ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰਦੇ ਰਹੇ ਕਿ ਕੋਈ ਵੀ ਏਦਾਂ ਦਾ ਏਰੀਆ ਨਹੀਂ ਹੋਣਾ ਚਾਹੀਦਾ ਜਿਹੜਾ ਮੇਰੇ ਬੱਚਿਆਂ ਵਾਸਤੇ ਰਹਿ ਜਾਏ, ਜਿਹੜਾ ਮੈਂ ਕਵਰ ਨਾ ਕੀਤਾ ਹੋਏ। ਤਾਂ ਉਹਨਾਂ ਨੇ everything from an environmentalist, from a warrior, ਇੱਕ saint, ਇੱਕ philosopher, ਇੱਕ poet, ਸਭ ਕੁਝ ਸਾਨੂੰ ਬਣ ਕੇ ਦਿਖਾ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਜੀ, no words to say, dumb person ਗੀਤਾ ਤੇ। ਹਾਂਜੀ, ਚਲੋ ਅਸੀਂ Guru Harkrishan Sahib Ji, what was his age when he got Guru Gaddi? I think his age was 8 years of age when he got the Guru Gaddi. हाँ जी, ते फिर हम चलते हैं सी गुरु तेग बहादुर जी ते। गुरु तेग बहादुर जी जिन्हों ने बहुत, जिवें गुरु नानक देव जी ने उदासियां कीतियां, बहुत ट्रैवल किया गुरु अकाल पुरख का मैसेज पहुंचाने वास्ते, उदा ही गुरु तेग बहादुर जी ने भी बहुत ट्रैवल किया वैसट साइड ते, जिवें असम और इदां दे एरियाज विच ट्रैवल करके उन्होंने ईस्ट विच ट्रैवल किया, असम जिवें, ते ह्यूमन राइट्स वास्ते, कश्मीरी पंडित्स वास्ते स्टैंड होने का उद्यम किया। ते असी सारे गुरुआं दी लाइफ विच इस करके मूव कर रहे हैं क्योंकि असी ये सीख सकीए कि किवें सारे गुरुआं दे लाइफ विचों किन्ने डिफरेंट उद्यम दे एग्जाम्पल्स सानू दिख रहे हैं ना, कि ताकि असी भी इंस्पायर हो सकीए उद्यम करन वास्ते। फिर अगर गुरु गोबिंद सिंह जी बारे डिस्कस करिए ते सब तो वड्डा उद्यम जिहड़ा उन्होंने किया, खालसा पंथ सजा के सानू एक इदां दा रूप दे दिता, इदां दी डिसिप्लिन विच पा दिता कि इट इज द गुरु हु इज गोइंग टू लिव फॉर एवर। इदां अगर किसी खालसा नू देखो ते ऐदा ही लगता है जिवें गुरु जी दे दर्शन होंदे ने। ते गुरु जी मेड दिस पॉसिबल दैट वी कुड सी पीपल लाइक हिम अराउंड अस। ते ये उन्हां दा सब तो वड्डा उद्यम। उस तो इलावा उन्होंने बहुत सारी लैंग्वेजेस सीखियां, बहुत सारी बैटल्स लड़ियां राइट कॉज वास्ते, कोई भी मजलूम दे नाल गलत ना होए, गरीब दी रक्षा करन वास्ते, जेड़े बुरे रूलर्स ने उन्होंने ये दसन वास्ते कि तुसी अपनी मर्जी नाल कुछ भी नहीं कर सकते हो। देयर आर सम राइटियस पीपल हु आर गोइंग टू स्टैंड अगेंस्ट यू अगर तुसी इदा ही गलत काम करते रहोगे। ते इत्थे तक मैं ट्राई किया गुरु साहिबाना दे जीवन नू कवर करन दी कोशिश, ते उन्हां दी लाइफ विचों एक उद्यम जिहड़ा भी मैनू सब तो क्लोजेस्ट लग्या, सब तो फर्स्ट उद्यम दैट कम्स टू माई माइंड when I think of each and every guru। असी हुण अगे मूव करिए कि कोई बच्चा कुछ भी क्वेश्चन है किसी दा इत्थे तक। चलो असी अगे मूव करते हैं फिर, ठीक है। हुण मैं अपने बारे थोड़ा डिस्कस करांगी कि किवें मेरी लाइफ विच डिफरेंट, जिवें मैं पहले ही बोलिया कि सिर्फ मैं अपने उद्यम दी बारे गल नहीं करांगी। देयर वर मैनी पीपल जिन्हां दे उद्यम करके मैं अज जो भी हाँ हैगी हाँ। ते I was born and raised in a family which had completely Hindi speaking environment, क्योंकि यूपी सहारनपुर यूजुअली लोकी घरां विच हिंदी बोलदे सी ज़्यादा, ते पंजाबी सुननी जरूर सी
ਪੇਰੈਂਟਸ ਆਪਸ ਵਿੱਚ ਜਨਰਲੀ ਪੰਜਾਬੀ ਚ ਗੱਲ ਕਰਦੇ ਸੀ, ਪਰ ਬੱਚਿਆਂ ਨਾਲ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਕਿਉਂਕਿ ਬੱਚੇ ਸਕੂਲ ਵਿੱਚ ਹਿੰਦੀ ਬੋਲਦੇ ਨੇ ਜਾਂ ਇੰਗਲਿਸ਼ ਬੋਲਦੇ ਨੇ ਤੇ ਉਹ ਪੰਜਾਬੀ ਨਾਲ ਕੰਫਰਟੇਬਲ ਨਹੀਂ ਹੈ, ਤੇ ਉਹ ਹਿੰਦੀ ਵਿੱਚ ਹੀ ਗੱਲ ਕਰਦੇ ਸੀ। ਬਟ ਕਿਉਂਕਿ ਬਹੁਤ ਜ਼ਿਆਦਾ ਟੀਵੀ ਤੇ ਜਿਵੇਂ ਕਥਾ ਆ ਰਹੀ ਹੈ ਜਾਂ ਵੱਡੇ ਲੋਕ ਆਪਸ ਵਿੱਚ ਗੱਲ ਕਰ ਰਹੇ ਨੇ, ਉਹ ਈਅਰਸ ਨਾਲ ਪੰਜਾਬੀ ਬੋਲਣੀ ਸਿੱਖੀ। ਤੇ ਜਦ ਪੰਜਾਬੀ ਗੁਰਮੁਖੀ ਅਗਰ ਸੋਚੋ ਕਿ ਕਿਵੇਂ ਸਿੱਖੀ ਗਈ, ਤੇ ਉਹ ਉਦਮ ਮੈਂ ਕਵਾਂਗੀ ਜਿਹੜਾ ਕਲੋਜ਼ੈਸਟ ਗੁਰਦੁਆਰਾ ਸੀ ਸਾਡੇ ਘਰ ਦੇ ਕੋਲ, ਉੱਥੇ ਦੇ ਗ੍ਰੰਥੀ ਸਾਹਿਬ ਜਿਹੜੇ ਸੀਗੇ ਉਹ ਸਮਰ ਵਕੇਸ਼ਨਸ ਵਿੱਚ ਗੁਰਮੁਖੀ ਲਿਪੀ ਸਿਖਾਉਂਦੇ ਸੀ ਸਾਰੇ ਬੱਚਿਆਂ ਨੂੰ। ਤੇ ਉਹਦੇ ਕਰਕੇ ਗੁਰਮੁਖੀ ਲਿਪੀ ਅਸੀਂ ਸਿੱਖ ਸਕੇ। ਬਾਣੀ, ਕਿਉਂਕਿ ਮੰਮੀ ਪਾਪਾ ਘਰ ਵਿੱਚ ਪਾਠ ਕਰਦੇ ਹੁੰਦੇ ਸੀ, ਉਹਨਾਂ ਤੋਂ ਇੰਨਾ ਪਾਠ ਸੁਣਿਆ ਹੋਇਆ ਸੀ, ਤੇ ਰੀਡ ਕਰਨਾ ਵਾਸ ਵੈਰੀ ਈਜ਼ੀ ਕਿਉਂਕਿ ਸੁਣਿਆ ਤੇ ਹੋਇਆ ਹੈ, ਬਟ ਰੀਡ ਕਰਕੇ ਲੈਟਰਸ ਜੋੜਨੇ, ਹਿੰਦੀ ਔਰ ਪੰਜਾਬੀ ਦੇ ਗੁਰਮੁਖੀ ਲੈਟਰਸ ਵੀ ਬੜੇ ਕਲੋਜ਼ ਨੇ ਕਿ ਅਗਰ ਹਿੰਦੀ ਆਉਂਦੀ ਹੈ ਤੇ ਯੂ ਕੈਨ ਕੰਪਲੀਟਲੀ ਈਜ਼ੀਲੀ ਲਿੰਕ ਕਿ ਇਹ ਵਾਲੇ ਲੈਟਰ ਦੀ ਜਗ੍ਹਾ ਹੁਣ ਇਹ ਵਾਲਾ ਲੈਟਰ ਯੂਜ਼ ਹੋਣਾ, ਤੇ ਰੀਡਿੰਗ ਕਰਨੀ ਉਸ ਤੋਂ ਸਿੱਖ ਲਿੱਤੀ। ਤੇ ਉਹਦੇ ਵਿੱਚ ਪੇਰੈਂਟਸ ਦਾ ਉਦਮ, ਜਿਨ੍ਹਾਂ ਨੇ ਬਾਣੀ ਪੜ੍ਹਨੀ ਸਾਰਾ ਦਿਨ ਵਿੱਚ, ਤੇ ਉਹਨਾਂ ਗ੍ਰੰਥੀ ਸਾਹਿਬ ਜੀ ਦਾ ਉਦਮ ਜਿਨ੍ਹਾਂ ਨੇ ਗੁਰਮੁਖੀ ਲੈਟਰ ਬਿਨਾਂ ਕਿਸੇ ਆਪਣੇ ਫਾਇਦੇ ਦੇ ਸਾਨੂੰ ਸਿਖਾਉਣ ਦਾ ਉਦਮ ਕੀਤਾ। ਫਿਰ ਉੱਥੇ ਉਸ ਗੁਰਦੁਆਰੇ ਦੀ ਹੋਰ ਇੱਕ ਬਹੁਤ ਅੱਛੀ ਗੱਲ ਸੀ, ਜਿਵੇਂ ਯੂਜੂਅਲੀ ਗੁਰਦੁਆਰੇ ਵਿੱਚ ਵੱਖਰੇ ਉਹਨਾਂ ਨੇ ਕੀਰਤਨੀਏ ਰੱਖੇ ਹੁੰਦੇ ਨੇ ਤੇ ਉਹੀ ਕੀਰਤਨ ਕਰਦੇ ਨੇ। ਇਸ ਗੁਰਦੁਆਰੇ ਵਿੱਚ ਸੰਗਤ ਹੀ ਜ਼ਿਆਦਾ ਕੀਰਤਨ ਕਰਦੀ ਸੀ, ਤੇ ਜਿਵੇਂ ਸ਼ਾਮ ਦਾ ਦੀਵਾਨ ਹੈ ਤੇ ਉਹ ਬੱਚਿਆਂ ਨੇ ਸਜਾਣਾ ਹੈ ਹਮੇਸ਼ਾ ਨਾ, ਤੇ ਇਸ ਕਰਕੇ ਬੱਚਿਆਂ ਨੂੰ ਸਿੱਖਣ ਦਾ ਵੀ ਬੜਾ ਉਦਮ ਸੀਗਾ। ਜਿਹੜੇ ਆਂਟੀਆਂ ਨੂੰ ਆਂਦਾ ਸੀਗਾ ਕੀਰਤਨ, ਉਹ ਬੱਚਿਆਂ ਨੂੰ ਸਿਖਾਉਂਦੇ ਸੀ। ਉਹ ਵੀ ਬਿਲਕੁਲ ਆਪਣਾ ਕੋਈ ਫਾਇਦਾ, ਕੁਝ ਇੰਟਰਸਟ ਨਹੀਂ ਦੇਖਦੇ ਸੀ, ਉਹ ਸਿਰਫ ਸੈਲਫਲੈਸ ਸਰਵਿਸ ਹੁੰਦੀ ਸੀ ਉਹਨਾਂ ਦੀ ਕਿ ਬੱਚਿਆਂ ਨੂੰ ਸਿਖਾ ਦਿੱਤਾ ਜਾਏ। ਤੇ ਉਹਨਾਂ ਦੇ ਉਦਮ ਕਰਕੇ ਸਾਨੂੰ ਕੀਰਤਨ ਸਿੱਖਣ ਨੂੰ ਮਿਲ ਗਿਆ। ਫਿਰ ਕੀਰਤਨ ਕਰਨ ਦੀ ਓਪਰਚੁਨਿਟੀ ਵੀ ਗੁਰਦੁਆਰੇ ਦੇ ਸਟਰਕਚਰ ਕਰਕੇ ਮਿਲ ਗਈ, ਕਿਉਂਕਿ ਕੋਈ ਹੋਰ ਕੀਰਤਨੀਆ ਨਹੀਂ ਹੈ, ਤੇ ਹਰ ਬੱਚੇ ਨੂੰ ਘੱਟ ਤੋਂ ਘੱਟ ਹਫਤੇ 'ਚ ਇੱਕ ਵਾਰੀ ਤੇ ਮਿਲ ਹੀ ਜਾਂਦਾ ਸੀ ਕਿ ਜਦੋਂ ਉਹ ਸ਼ਬਦ ਪੜ੍ਹ ਸਕੇ। ਤੇ ਬੱਚਿਆਂ ਨੂੰ ਵੀ ਇੰਨਾ ਚਾਅ ਹੁੰਦਾ ਸੀ ਕਿ ਅੱਜ ਮੈਂ ਸ਼ਬਦ ਪੜ੍ਹਨਾ, ਅੱਜ ਮੈਂ ਸ਼ਬਦ ਪੜ੍ਹਨਾ, ਤੇ ਉਹ ਜਾਂਦੇ ਸੀ। ਫਿਰ ਬਾਰ-ਬਾਰ ਉਹ ਸ਼ਬਦ ਸੁਣ ਕੇ ਕਦ ਉਹ ਸ਼ਬਦ ਯਾਦ ਹੋ ਗਏ ਪਤਾ ਵੀ ਨਹੀਂ ਲੱਗਿਆ। ਤੇ ਇਹ ਸੀਗਾ ਮੇਰਾ ਅਰਲੀ ਚਾਈਲਡਹੁੱਡ, ਜਿਹੜਾ ਜਦ ਮੈਂ ਤੁਹਾਡੇ ਜਿੰਨੀ ਸੀਗੀ, ਤੇ ਤਾਂ ਮੈਂ ਕਿਵੇਂ ਗੁਰੂ ਨਾਲ ਜੁੜ ਸਕੀ, ਕਿਵੇਂ ਸਟਾਰਟਿੰਗ ਸਾਡੀ ਗੁਰੂ ਨਾਲ ਲਿੰਕਿੰਗ, ਗੁਰੂ ਨਾਲ ਪਿਆਰ ਕਰਨਾ ਸ਼ੁਰੂ ਹੋਇਆ, ਇਨ ਸਭ ਡਿਫਰੈਂਟ ਉਦਮਸ ਦੇ ਕਰਕੇ। ਠੀਕ ਹੈ, ਫਿਰ ਅੱਗੇ ਚਲਿਏ। ਕਿਸੇ ਨੇ ਕੁਝ ਪੁੱਛਣਾ ਹੈ ਇਸ ਬਾਰੇ? ਓਕੇ, ਅਸੀਂ ਅੱਗੇ ਚਲਦੇ ਹਾਂ। ਫਿਰ ਕੀ ਹੋਇਆ? ਫਿਰ ਜਿਵੇਂ ਸੌਰੀ, ਹਾਂਜੀ 2-4 ਸੈਕਿੰਡ ਦੇ ਦਿਆ ਕਰੋ, ਉਹ ਟਾਈਪ ਕਰਨ ਚ ਵੀ 2-4 ਸੈਕਿੰਡ ਲੱਗ ਅੱਛਾ, ਤੇ ਫਿਰ ਠੀਕ। ਮੈਂ ਰੁਕਦੀ ਹਾਂ 4 ਸੈਕਿੰਡਸ ਵਾਸਤੇ, 5 ਸੈਕਿੰਡਸ ਵਾਸਤੇ, ਕਿ ਕਿਸੇ ਨੇ ਅਗਰ ठीक है, फिर आगे मूव करते हैं अगर किसी का कोई क्वेश्चन नहीं है। फिर एक टाइम आया जद मैं कॉलेज विच जान लगी, ते हुण कॉलेज जान तो क्योंकि बचपन विच इन्ना ज्यादा गुरुद्वारे जाना, रोज गुरुद्वारे जाना, रोज कीर्तन करना, रोज कीर्तन सुनना, इन्नी आदत हो गई सी मन नूं कीर्तन सुनन दी कि हुण लगदा सी कि अगर हॉस्टल चला जावांगी और उत्थे गुरुद्वारा नहीं होएगा तो किवें कीर्तन सुनांगी, किवें कीर्तन करांगी। ते कॉलेज दा की रैंकिंग दे हिसाब नाल मिलन वाला वो वखरा चैप्टर है, ते एक वखरा चैप्टर ये है कि हुण गुरुद्वारा किवें लब्बांगे उत्थे कि गुरुद्वारा हैगा कि नहीं हैगा। ते कॉलेज मेरा सीगा ग्रेटर नोएडा विच। ग्रेटर नोएडा उस टाइम डेवलप हो ही रहा सी, ते उत्थे पता लग्या कि एक गुरुद्वारा बन रहा है जब मैं मूव हुई ते फिर मैं जाना शुरू कर दिता। उन्होंने प्रकाश किया हुआ सी, पर बिल्डिंग हले बिल्डअप ही हो रही सी। फिर उत्थे भी सेम रूटीन हो गया शुरू कि जाना है जाना है जाना है। जाते जाते सारी संगत नाल भी जान पहचान हो गई, सारी संगत ने बहुत प्यार करना भी शुरू कर दिता कि बच्चे तुसी आया करो। ते सारे कॉलेज नूं भी पता लग गया कि ये अगर जा रही है तो गुरुद्वारे जा रही होगी। अगर किसी ना भी दिल करदा सी गुरुद्वारे जाण दा ते मैनूं बोल दिंदे सी कि गुरुद्वारे जाओगे ते सानूं भी नाल लैके जाना, असीं भी जाना चाहते हैं, असीं कदी गुरुद्वारे नहीं गए, सानूं पता नहीं
ਕਿਵੇਂ ਮੱਥਾ ਟੇਕਦੇ ਆ ਉੱਥੇ, ਕਿਵੇਂ ਪ੍ਰਸ਼ਾਦ ਮਿਲਦਾ ਹੈ। ਤੇ ਕਈ ਬੱਚੇ ਨਾਲ ਜਾਂਦੇ ਸੀ ਗੁਰਦੁਆਰੇ, ਤੇ ਫਿਰ ਉਹਨਾਂ ਨਾਲ। ਹਾਂਜੀ, ਇੰਦਰਪ੍ਰੀਤ ਜੀ, ਤੁਹਾਡਾ ਕੋਈ ਸਵਾਲ ਹੈ? ਹਾਂਜੀ, ਤੁਸੀਂ ਜਿਵੇਂ ਗੁਰਦੁਆਰੇ ਬਾਰੇ ਦੱਸ ਰਹੇ ਹੋ ਕਿ ਤੁਹਾਨੂੰ ਬੜਾ ਚੰਗਾ ਲੱਗਦਾ ਸੀ ਗੁਰਦੁਆਰਾ ਜਾਣਾ, ਤੇ ਇੰਨਾ ਮਤਲਬ ਕਈ ਵਾਰ ਮੈਨੂੰ ਵੀ ਜਿਵੇਂ ਘਰ ਦੇ ਛੋਟੇ ਹੁੰਦੇ ਗੁਰਦੁਆਰੇ ਲੈ ਕੇ ਜਾਣਾ ਚਾਹੁੰਦੇ ਸੀਗੇ, ਕਈ ਵਾਰ ਤਾਂ ਮੈਂ ਤਾਂ ਬਸ ਕਹਿੰਦਾ ਸੀ ਕਿ ਬਹਾਨੇ ਮਾਰਦੇ ਕਿ ਮੈਂ ਨਹੀਂ ਜਾਣਾ, ਮੈਂ ਬੋਰ ਹੋ ਜਾਂਦਾ ਸੀ। ਤੁਹਾਨੂੰ ਇੰਨਾ ਕਿਉਂ ਗੁਰਦੁਆਰੇ ਨਾਲ, ਕੀਰਤਨ ਸੁਣਨ ਨਾਲ ਇੰਨਾ ਅਟੈਚਮੈਂਟ ਕਿਸ ਗੱਲ ਦੀ, ਮਤਲਬ ਕੀ ਤੁਹਾਨੂੰ ਪਸੰਦ ਆਉਂਦਾ ਸੀ? ਇਨ ਜਨਰਲ ਤੁਹਾਨੂੰ ਇੰਨੀ ਖੁਸ਼ੀ ਕਿਉਂ ਹੁੰਦੀ ਹੈ ਤੁਸੀਂ ਜਦੋਂ ਗੁਰਦੁਆਰੇ ਜਾਣਾ ਚਾਹੁੰਦੇ ਹੋ? ਇੱਕ ਇਹਦੇ ਵਿੱਚ 2-3 ਫੈਕਟਰਸ ਜਿਹੜੇ ਮੈਂ ਸੋਚ ਸਕਦੀ ਹਾਂ ਰਿਸਪੌਂਸਿਬਲ ਨੇ। ਇੱਕ ਤੇ ਤੁਹਾਡੇ ਆਸ-ਪਾਸ ਦੀ ਸੰਗਤ ਕਿੱਦਾਂ ਦੀ ਹੈ। ਅਗਰ ਸਾਰੇ ਹੀ ਬਹੁਤ ਹੈਪੀਲੀ ਗੁਰਦੁਆਰੇ ਜਾ ਰਹੇ ਨੇ ਤੇ ਤੁਹਾਡੇ ਅੰਦਰ ਡਿਫਾਲਟ ਉਹ ਹੈਪੀਨੈਸ ਆ ਜਾਂਦੀ ਹੈ। ਤੇ ਦੂਜੀ ਇੱਕ ਇਨਵਿਜ਼ੀਬਲ ਕਿਰਪਾ ਕਹਿ ਸਕਦੇ ਹਾਂ, ਜਿਹਨੂੰ ਕੁਝ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਜਿਹੜੀ ਜਿਹੜਾ ਅਗਰ ਰੱਬ ਦਾ ਤੇ ਤੁਹਾਡੇ ਵਿਚਕਾਰ ਪਿਆਰ ਹੈ ਤੇ ਤੁਹਾਨੂੰ ਆਪੇ ਹੀ ਖਿੱਚ ਕੇ ਉੱਥੇ ਤੱਕ ਲੈ ਜਾਂਦਾ ਹੈ। ਉਹਨਾਂ ਦੀ ਗੱਲਾਂ ਤੁਹਾਨੂੰ ਅੱਛੀ ਲੱਗਣ ਲੱਗ ਜਾਂਦੀਆਂ ਸੁਣਨੀਆਂ। ਜਿਵੇਂ ਅਗਰ ਕੋਈ ਵੀ ਚੀਜ਼ ਤੁਹਾਨੂੰ ਪਸੰਦ ਹੈ ਤੇ ਉਹਦੇ ਬਾਰੇ ਅਗਰ ਤੁਸੀਂ ਸੁਣੋ ਤੇ ਤੁਹਾਨੂੰ ਬਹੁਤ ਅੱਛਾ ਲੱਗਦਾ ਕਿ ਹਾਂ ਮੈਨੂੰ ਹੋਰ ਦੱਸੋ, ਹਾਂ ਮੈਨੂੰ ਹੋਰ ਦੱਸੋ। ਤੇ ਏਦਾਂ ਹੀ ਉਹ ਰਿਲੇਸ਼ਨਸ਼ਿਪ ਹੈ ਜਿੱਥੇ ਗੁਰੂ ਜੀ, ਜਦ ਰੱਬ ਸਾਨੂੰ ਅੱਛਾ ਲੱਗਦਾ ਹੈ ਕਿ ਰੱਬ ਵਾਸਤੇ ਵਾਓ ਨਿਕਲਦਾ ਹੈ ਤੇ ਮਨ ਕਰਦਾ ਹੈ ਕਿ ਹੋਰ ਜਾਣੀਏ। ਜਦ ਭਗਤਾਂ ਬਾਰੇ ਸੁਣੋ ਤੇ ਲੱਗਦਾ ਹੈ ਕਿ ਅੱਛਾ ਉਹਨਾਂ ਨੇ ਇੰਨੀ ਭਗਤੀ ਕੀਤੀ ਤੇ ਸਾਨੂੰ ਹੋਰ ਦੱਸੋ, ਹੋਰ ਉਹ ਕੀ ਕਹਿੰਦੇ ਸੀ। ਆਈ ਥਿੰਕ ਉਹ ਡਰਾਈਵ ਕਰਦਾ ਹੈ। ਤੇ ਨਾਲੇ ਅਗਰ ਗੁਰਬਾਣੀ, ਮੈਨੂੰ ਲੱਗਦਾ ਕਿ ਗੁਰਬਾਣੀ ਦਾ ਜਿਹੜਾ ਸਿੰਗਿੰਗ ਪੈਟਰਨ ਵੀ ਗੁਰੂ ਜੀ ਨੇ ਇਸੇ ਕਰਕੇ ਲੱਭਿਆ ਕਿ ਉਹਦੇ ਨਾਲ ਕਨੈਕਟ ਕਰਨਾ ਬਹੁਤ ਈਜ਼ੀ ਹੈ। ਤਾਂ ਹੀ ਗੁਰੂ ਜੀ ਨੇ ਬਾਣੀ ਨੂੰ ਰਾਗਾਂ ਵਿੱਚ ਕੀਤਾ। ਹਮੇਸ਼ਾ ਗੁਰੂ ਨਾਨਕ ਦੇਵ ਜੀ ਦੇ ਨਾਲ ਵੀ ਜਦ ਹਮੇਸ਼ਾ ਹੀ ਰਬਾਬ ਵੱਜ ਰਹੀ ਹੈ ਤੇ ਉਹਨਾਂ ਨੂੰ ਉਹ ਕਨੈਕਸ਼ਨ ਹੈ ਨਾ ਮਿਊਜ਼ਿਕ ਨਾਲ, ਤੇ ਉਸ ਮਿਊਜ਼ਿਕ ਵਿੱਚ ਜਦ ਸ਼ਬਦ ਸੁਣ ਕੇ ਤੇ ਇੱਕ ਅੰਦਰ ਸ਼ਾਂਤੀ ਮਿਲਦੀ ਹੈ। ਤੇ ਆਈ ਥਿੰਕ that was what was driving me towards Gurdwara and was making me restless if I'm not able to reach there. ਹੋਰ ਕਿਸੇ ਦਾ ਕੋਈ ਸਵਾਲ ਹੈਗਾ? ਠੀਕ ਹੈ, ਫਿਰ ਉੱਥੇ ਗੁਰਦੁਆਰੇ ਵੀ ਕੀਰਤਨ ਕਰਨ ਲੱਗ ਗਏ। ਉੱਥੇ ਸੰਡੇ ਨੂੰ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਸੀ, ਵਿਆਖਿਆ ਕਰਦੇ ਸੀ ਉਹ ਇੱਕ ਪਦੇ ਦੀ ਮਤਲਬ ਹਰ ਵੀਕਐਂਡ ਉਹ ਸੁਣਨੇ, ਫਿਰ ਕੀਰਤਨ ਕਰਨਾ, ਸਭ ਜਾਣਨ ਵੀ ਲੱਗ ਗਏ। ਤੇ ਮੈਂ MBA ਦੀ ਤਿਆਰੀ ਕਰ ਰਹੀ ਸੀ ਨਾਲ ਨਾਲ ਆਪਣੀ ਇੰਜੀਨੀਅਰਿੰਗ ਦੇ, ਤੇ ਮੈਂ ਜਾ ਰਹੀ ਸੀ ਤੇ ਬੱਸ ਤੇ ਮੈਂ ਚੜਨ ਲੱਗੀ ਬੱਸ ਸਟਾਪ ਤੇ ਆਈ ਗੋਟ ਅ ਸਪਰੇਨ ਇਨ ਮਾਈ ਫੁੱਟ, ਤੇ ਉਹ ਪਲਾਸਟਰ ਵਗੈਰਾ ਕਰਨਾ ਪਿਆ ਉਹਨੂੰ। ਤੇ ਫਿਰ ਵੀ ਮੈਨੂੰ ਲੱਗਦਾ ਸੀ ਕਿ ਹੁਣ ਕੀ ਹੋ ਗਿਆ, ਹੁਣ ਮੈਂ ਗੁਰਦੁਆਰੇ ਕਿਵੇਂ ਜਾਵਾਂਗੀ। ਤੇ ਤਾਂ ਵੀ ਸੰਗਤ ਨੂੰ ਵੀ ਇੰਨਾ ਪਿਆਰ ਹੋ ਗਿਆ ਸੀ। ਸੰਗਤ ਆਂਟੀਆਂ ਕਹਿਣ ਲੱਗੀਆਂ ਕਿ ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਨੂੰ ਹੌਸਟਲ ਤੋਂ ਪਿਕ ਕਰ ਲਾਂਗੇ ਤੇ ਡ੍ਰੌਪ ਕਰ ਲਾਂਗੇ। ਤੇ ਬਹੁਤ ਅੱਛਾ ਲੱਗਿਆ ਕਿ ਜਿਵੇਂ ਅਗਰ ਤੁਹਾਡੀ ਮਨ ਵਿੱਚ ਇੱਛਾ ਹੈ ਪਹੁੰਚਣ ਦੀ ਤੇ ਤੁਹਾਨੂੰ ਕੋਈ ਨਾ ਕੋਈ ਰਸਤਾ ਮਿਲ ਜਾਂਦਾ ਹੈ ਉੱਥੇ ਤੱਕ ਪਹੁੰਚਣ ਦਾ। ਤੇ this is what I felt at that time. ਫਿਰ ਜਦ ਇੱਕ ਕੁਐਸਚਨ ਹੈ ਇਸ ਤੋਂ ਪਹਿਲਾਂ ਕਿ ਜਿਹੜੇ ਵੀ ਬੱਚੇ ਹੁਣ ਤੁਸੀਂ ਪੜ੍ਹ ਰਹੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਜਦ ਤੁਹਾਡੀ ਜੌਬ ਲੱਗੇਗੀ ਤੇ what makes you very excited ਕਿ ਮੇਰੀ ਜੌਬ ਲੱਗੇਗੀ ਤਾਂ ਕੀ ਹੋਏਗਾ? ਤੁਹਾਨੂੰ ਕੀ ਚੀਜ਼ ਬਹੁਤ ਜ਼ਿਆਦਾ ਮੋਟੀਵੇਟ ਕਰਦੀ ਹੈ ਜਾਂ ਖੁਸ਼ ਕਰਦੀ ਹੈ? ਉਸ ਬਾਰੇ ਸੋਚ ਕੇ ਕੁਝ ਤੁਸੀਂ ਮੈਸੇਜ ਕਰਨਾ ਚਾਹੋਗੇ? ਪੈਸਾ, ਬਹੁਤ ਸਾਰਾ ਪੈਸਾ ਮਿਲੇਗਾ, ਠੀਕ ਹੈ। ਹੋਰ ਕੋਈ ਬੱਚਾ, ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜੌਬ ਮਿਲ ਜਾਏਗੀ, no need to go to school anymore? ਓਕੇ, ਇਹ ਤੁਹਾਨੂੰ ਖੁਸ਼ ਕਰਦਾ ਹੈ। ਅੱਛਾ, ਨਾਈਸ। ਤੁਸੀਂ ਸਕੂਲ ਨੂੰ ਮਿਸ ਕਰਨ ਵਾਲੇ ਹੋ ਜਦ ਤੁਸੀਂ ਜੌਬ ਵਿੱਚ ਪਹੁੰਚਣ ਵਾਲੇ ਹੋ ਤੇ। ਹੋਰ ਕੀ ਤੁਹਾਨੂੰ ਲੱਗਦਾ ਹੈ ਅੱਛਾ ਜੌਬ ਦੇ ਬਾਰੇ ਸੋਚ ਕੇ? ਘਰਦਿਆਂ ਦਾ ਥੋੜਾ ਬੋਝ ਹਲਕਾ ਹੋ ਜਾਏਗਾ। ਨਾਈਸ ਨਵਜੋਤ ਕੌਰ। Financial independence and able to take own decisions. Or independence of study. Nice. ਤੁਸੀਂ
ਉਸ ਫਾਈਨੈਂਸ ਨੂੰ ਡਾਇਰੈਕਟ ਕਰਨਾ ਚਾਹੁੰਦੇ ਹੋ ਹੋਰ ਪੜ੍ਹਨ ਵਾਸਤੇ। ਠੀਕ ਹੈ, ਵੈਰੀ ਨਾਈਸ। ਮੈਂ ਜਦ ਵੀ ਗੁਰਦੁਆਰੇ ਜਾਂਦੀ ਸੀ ਜਾਂ ਕੁਛ ਕਿਧਰੇ ਜਾਂਦੀ ਸੀ ਤੇ ਮੈਂ ਬਾਹਰ ਦੇਖਦੀ ਸੀ ਕਿ ਪੈਸੇ ਮੰਗਣ ਵਾਲੇ, ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ, ਉਹ ਮੰਗਦੇ ਹੁੰਦੇ ਸੀ ਤੇ ਬਹੁਤ ਨਾ ਬੁਰਾ ਲੱਗਦਾ ਸੀ। ਤੇ ਪਾਪਾ ਤੋਂ ਲੈ ਕੇ ਦੇ ਵੀ ਦਿੰਦੀ ਸੀ, ਬਟ ਲੱਗਦਾ ਸੀ ਕਿ ਪਾਪਾ ਦੇ ਪੈਸੇ ਨੇ ਤੇ ਇਹ ਨਹੀਂ ਹੋਏ ਕਿ ਮੈਂ ਉਹਨਾਂ ਦੇ ਪੈਸੇ ਕਿਉਂ ਡਿਸਟਰੀਬਿਊਟ ਕਰ ਰਹੀ ਹਾਂ, ਉਹਨਾਂ ਨੂੰ ਹੋ ਸਕਦਾ ਕੁਝ ਹੋਰ ਜ਼ਿਆਦਾ ਲੋੜ ਹੋਏ। ਤੇ ਫਿਰ ਜਦ ਮੇਰੀ ਜੌਬ ਲੱਗੀ ਤਾਂ ਮੈਨੂੰ ਲੱਗਦਾ ਸੀ ਕਿ ਠੀਕ ਹੈ, ਹੁਣ ਮੈਨੂੰ ਕੋਈ ਵੀ ਨੀਡੀ ਮਿਲੇ ਤਾਂ ਮੈਂ ਇੰਡੀਪੈਂਡੈਂਟਲੀ ਖੁਦ ਡਿਸਾਈਡ ਕਰਕੇ ਕਿ ਮੈਂ ਕੀ ਮਦਦ ਕਰਨਾ ਚਾਹੁੰਦੀ ਹਾਂ, ਮੈਂ ਕਰ ਸਕਦੀ ਹਾਂ। ਇਹ ਗੱਲ ਮੈਨੂੰ ਬਹੁਤ ਅੱਛੀ ਲੱਗਦੀ ਸੀ ਕਿ I can make someone who's hungry have a food। ਤਾਂ ਮੈਨੂੰ ਬਹੁਤ ਅੱਛਾ ਲੱਗਦਾ ਸੀ। ਤੇ ਮੇਰੀ ਜੌਬ ਲੱਗੀ ਮੁੰਬਈ ਵਿੱਚ L&T ਕੰਪਨੀ, ਤੇ ਮੈਂ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ ਮੇਰੇ ਇੰਟਰਵਿਊ ਵਾਸਤੇ। ਇੰਟਰਵਿਊ ਮੇਰਾ ਜਦ ਹੋਇਆ ਤੇ ਉਹਨਾਂ ਨੇ ਪਹਿਲੇ ਤੇ ਐਪਟੀਟਿਊਡ ਉਹਨਾਂ ਨੇ ਟੈਸਟ ਕੀਤਾ, ਉਸ ਤੋਂ ਬਾਅਦ ਇੱਕ HR ਰਾਊਂਡ ਹੁੰਦਾ ਹੈ ਜਦ ਕਿਸੇ ਕੰਪਨੀ 'ਚ ਅਸੀਂ ਜਾਣ ਲੱਗੀ। ਤੇ ਉਸ HR ਰਾਊਂਡ ਵਿੱਚ ਜਦ ਮੈਂ ਤਿਆਰੀ ਕਰ ਰਹੀ ਸੀ, ਏਦਾਂ ਮੇਰਾ ਹਮੇਸ਼ਾ ਦਾ ਹੀ ਸੀਗਾ, ਸ਼ਾਇਦ ਤੁਹਾਡੇ ਵਿੱਚੋਂ ਵੀ ਕਈਆਂ ਦਾ ਹੋਏ, ਜਦ ਵੀ ਰਿਜ਼ਲਟ ਆਉਣਾ ਹੈ ਜਾਂ ਕੋਈ ਡਿਫਿਕਲਟ ਪੇਪਰ ਦੇਣਾ ਤੇ ਇੱਕ ਤੇ ਵਾਹਿਗੁਰੂ ਜੀ ਦੇ ਪਿੱਛੇ ਹੀ ਪੈ ਜਾਣਾ ਕਿ ਪਲੀਜ਼ ਮੇਰੀ ਹੈਲਪ ਕਰੋ, ਪਲੀਜ਼ ਮੇਰੀ ਹੈਲਪ ਕਰੋ। ਹੁਣ ਵੀ ਅੱਜ ਵੀ ਅਗਰ ਤੁਹਾਡੇ ਨਾਲ ਬੈਠਣ ਤੋਂ ਪਹਿਲੇ ਮੈਨੂੰ ਲੱਗ ਰਿਹਾ ਸੀ ਵਾਹਿਗੁਰੂ ਜੀ ਮੇਰੀ ਹੈਲਪ ਕਰਨਾ, ਮੇਰੇ ਤੋਂ ਠੀਕ ਗੱਲ ਬੁਲਵਾਣਾ, ਤੇ ਇਹ ਪੱਕਾ ਰੂਟੀਨ ਸੀਗਾ ਕਿ ਉਹਨਾਂ ਨੂੰ ਤੇ ਪਹਿਲੇ ਬੋਲਣਾ ਹੀ ਹੈ ਕੁਝ ਵੀ ਕਰਨ ਤੋਂ ਪਹਿਲੇ। ਤੇ ਉਸ ਟਾਈਮ ਵੀ ਮੈਂ ਬੋਲ ਰਹੀ ਸੀ ਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਕੀ ਕੁਐਸਚਨਸ ਪੁੱਛ ਸਕਦੇ ਨੇ, ਤੇ ਕੁਝ ਕੁਐਸਚਨਸ ਮੈਂ ਆਪੇ ਆਪਣੇ ਬ੍ਰੇਨ ਵਿੱਚ ਬਿਲਡ ਅਪ ਕੀਤੇ ਤੇ ਮੈਂ ਸੋਚੀ ਸੀ ਮੈਂ ਇਹ ਆਨਸਰ ਦਿਆਂਗੀ। ਗੁਰੂ ਜੀ ਨੇ ਕੀ ਗੇਮ ਕੀਤੀ, ਇਹਨੂੰ ਕੀ ਕਹਿੰਦੇ ਆ, ਆਈ ਕੈਨ ਨਾਟ ਐਕਸਪਲੇਨ ਇਨ ਵਰਡਸ, ਬਟ ਜੋ ਕੁਐਸਚਨਸ ਮੈਂ ਸੋਚ ਰਹੀ ਸੀ ਉਹਨਾਂ ਨੇ ਉਹੀ ਕੁਐਸਚਨਸ ਪੁੱਛ ਲਏ ਤੇ ਉਹੀ ਕੁਐਸਚਨਸ ਆਏ। ਤੇ ਇੱਕ ਕੁਐਸਚਨ ਉਹਨਾਂ ਨੇ ਪੁੱਛਿਆ ਕਿ ਤੁਸੀਂ ਆਪਣਾ ਰੋਲ ਮਾਡਲ ਕਿਹਨੂੰ ਸਮਝਦੇ ਹੋ, ਤੇ ਡੋਂਟ ਟੈਲ ਮੀ ਦੈਟ ਇਟ ਇਜ਼ ਕਲਪਨਾ ਚਾਵਲਾ। ਉਹਨਾਂ ਨੇ ਨਾਲ ਆਪਣੇ ਕੁਐਸਚਨ ਦੇ ਨਾਲ ਹੀ ਬੋਲਿਆ ਕਿ ਸ਼ਾਇਦ ਉਹ ਆਲਰੇਡੀ ਬਹੁਤ ਸਾਰੀ ਕੁੜੀਆਂ ਤੋਂ ਜਾਂ ਬਹੁਤ ਸਾਰੇ ਬੱਚਿਆਂ ਤੋਂ ਪੁੱਛ ਚੁੱਕੇ ਸੀ ਇਹ ਕੁਐਸਚਨ, ਤੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਕਿਹਾ ਹੋਣਾ ਕਲਪਨਾ ਚਾਵਲਾ। ਤੇ ਜਿਵੇਂ ਮੈਂ ਆਪਣੇ ਬ੍ਰੇਨ ਵਿੱਚ ਸੋਚਿਆ ਹੋਇਆ ਸੀ ਕਿ ਮੈਂ ਅਗਰ ਇਦਾਂ ਦਾ ਕੁਐਸਚਨ ਆਏਗਾ ਰੋਲ ਮਾਡਲ ਦਾ ਤੇ ਮੈਂ ਕੀ ਦੱਸਣ ਵਾਲੀ ਹਾਂ, ਤੇ ਮੈਂ ਉਦਾਂ ਹੀ ਬੋਲਦੀ ਗਈ। ਤੇ ਮੈਂ ਇਹ ਸੋਚਿਆ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਮੈਂਸ਼ਨ ਕਰਾਂਗੀ ਕਿ ਕਿਵੇਂ ਉਹਨਾਂ ਨੇ ਗਰੀਬਾਂ ਦੇ ਨਾਲ ਖੜੇ ਹੋਏ, ਜਿਨ੍ਹਾਂ ਦੇ ਨਾਲ ਕੋਈ ਨਹੀਂ ਖੜਾ ਹੁੰਦਾ ਸੀ, ਉਹਨਾਂ ਦੀ ਰਾਈਟਸ ਵਾਸਤੇ ਖੜੇ ਹੋਏ, ਰੂਲਰਸ ਦੇ ਅਗੇਂਸਟ ਖੜੇ ਹੋਏ, ਬਿਨਾਂ ਇਹ ਸੋਚੇ ਕਿ ਇਹ ਲੋਕ ਨੁਕਸਾਨ ਕਰ ਸਕਦੇ ਨੇ ਮੇਰੇ ਬੱਚਿਆਂ ਦਾ, ਮੇਰੀ ਫੈਮਿਲੀ ਦਾ। ਤੇ ਉਹ ਗੱਲ ਮੈਨੂੰ ਬਹੁਤ ਅੱਛੀ ਲੱਗੀ। ਤੇ ਕੁਝ ਕੁਐਸਚਨਸ ਆ ਰਹੇ ਨੇ। ਅਸੀਂ ਇੰਦਰਪ੍ਰੀਤ ਵੀਰ ਜੀ ਦਾ ਕੁਐਸਚਨ ਆਇਆ ਕਿ ਆਪਣੀ ਮਰਜ਼ੀ ਹੁੰਦੀ ਹੈ ਭਾਵੇਂ ਪੈਸੇ ਦੇਈਏ ਜਾਂ ਭਾਵੇਂ ਕਿਸੇ ਨਹੀਂ ਭੈਣ ਜੀ, ਮੈਂ ਉਹਦੇ ਕਿਸੇ ਹੋਰ ਨੂੰ ਰਿਪਲਾਈ ਕਰ ਰਿਹਾ ਸੀ। ਕਰਕੇ ਬਾਤ ਕਰ ਦੋ ਨਾ ਸੋ। ਤੇ ਮੈਂ ਕੰਟੀਨਿਊ ਕਰਾਂ ਅੱਗੇ ਕਿ ਹਲੇ ਕੁਐਸਚਨਸ ਵਾਸਤੇ ਇੱਕ ਵਾਰੀ ਰੁਕਾਂ? ਹਾਂਜੀ, ਕੰਟੀਨਿਊ ਕਰ ਲਓ। ਤੇ ਇਹ ਮੇਰੀ ਲਾਈਫ ਦਾ ਐਕਸਪੀਰੀਅੰਸ ਹੈ, ਮੈਂ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਕਿਵੇਂ ਮੇਰੀ ਗੁਰੂ ਜੀ ਨੇ ਹਮੇਸ਼ਾ ਹੀ ਹੈਲਪ ਕੀਤੀ, ਇਸ ਕਰਕੇ ਇੱਥੇ ਤੱਕ ਪਹੁੰਚ ਪਾਈ ਹਾਂ, ਵਰਨਾ ਨਹੀਂ ਪਹੁੰਚ ਸਕਦੀ ਸੀ। ਫਿਰ ਜਦ ਬੰਬੇ ਮੂਵ ਹੋ ਗਈ ਫਿਰ ਤੋਂ ਸਰਚ ਸ਼ੁਰੂ ਹੋਈ ਕਿ ਗੁਰਦੁਆਰਾ ਤੇ ਚਾਹੀਦਾ ਹੈ, ਗੁਰਦੁਆਰੇ ਤੋਂ ਬਿਨਾਂ ਤੇ ਕੰਮ ਨਹੀਂ ਚੱਲਣਾ। ਤੇ ਵਾਪਸ ਤੋਂ ਸ਼ੁਰੂ ਹੋਇਆ ਕਿੱਥੇ ਮਿਲੇਗਾ ਗੁਰਦੁਆਰਾ, ਤੇ ਫਾਈਨਲੀ ਜਿੱਥੇ ਮੈਂ ਰਹਿੰਦੀ ਸੀ ਉਸ ਤੋਂ 30 ਮਿੰਟਸ ਦੂਰ, ਜਦ ਘਰ ਸੀਗੀ ਆਪਣੇ ਜਿੱਥੇ ਬੌਰਨ ਹੋਈ ਸੀ ਸਹਾਰਨਪੁਰ, 5 ਮਿੰਟਸ ਦੂਰ ਸੀਗਾ ਗੁਰਦੁਆਰਾ। ਜਦ ਕਾਲਜ ਪਹੁੰਚੀ ਤੇ 15 ਮਿੰਟ ਦੂਰ ਸੀਗਾ, ਹੁਣ ਜਦ ਜੌਬ ਕਰਨ ਲੱਗੀ ਤੇ 30 ਮਿੰਟਸ ਦੂਰ ਹੋ ਗਿਆ, ਤੇ ਉਹ ਡਿਸਟੈਂਸ ਵਧਿਆ ਜਾ ਰਿਹਾ ਸੀ। ਤੇ ਇੱਕ ਗੁਰਦੁਆਰਾ ਸੀਗਾ ਕੋਪਰ ਖੇਰਨੇ ਵਿੱਚ, ਤੇ ਉੱਥੇ ਮੈਂ ਜਾਂਦੀ ਸੀ ਸ਼ਾਮੀ ਆਫਿਸ ਤੋਂ ਬਾਅਦ। ਤੇ ਇੱਕ ਗੁਰਦੁਆਰਾ ਸੀਗਾ ਵਾਸ਼ੀ ਵਿੱਚ, ਉੱਥੇ ਸਵੇਰੇ ਆਸਾ ਦੀ ਵਾਰ ਦਾ ਪ੍ਰੋਗਰਾਮ ਹੁੰਦਾ ਸੀ ਸਵੇਰ ਦੇ ਟਾਈਮ ਨਾਲ, ਤੇ ਉੱਥੇ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰਦੀ ਸੀ ਕਿ ਵੀਕਐਂਡ ਤੇ ਸਵੇਰੇ ਆਸਾ ਦੀ ਵਾਰ ਕਰ ਲਈਏ, ਫਿਰ ਸੇਵਾ ਕਰਨੀ, ਤੇ ਫਿਰ ਆ ਕੇ ਪ੍ਰਿਪਰੇਸ਼ਨ ਕਰਨੀ ਨੈਕਸਟ ਡੇ ਮੰਡੇ ਤੇ ਆਫਿਸ ਜਾਣ ਦੀ। ਤੇ ਇੱਕ ਇਹ ਡਰ ਲੱਗਿਆ ਸੀ ਕਿ ਹੁਣ ਅੱਗੇ ਕੀ ਹੋਣਾ ਲਾਈਫ ਵਿੱਚ, ਅਗਰ ਅੱਗੇ ਹੁਣ ਤੱਕ ਤੇ ਗੁਰਦੁਆਰਾ ਮਿਲਦਾ ਰਿਹਾ, ਅੱਗੇ ਨਹੀਂ ਮਿਲੇਗਾ ਤੇ ਫਿਰ ਕੀ ਹੋਏਗਾ।
ਤੇ ਇੱਕ ਡਰ ਲੱਗਦਾ ਸੀ ਕਿ ਜਿਹੜੀ ਪ੍ਰੀਤ ਬਣੀ ਹੋਈ ਹੈ ਇਹ ਕਿਧਰੇ ਟੁੱਟ ਨਾ ਜਾਏ, ਗੁਰਦੁਆਰਾ ਨਹੀਂ ਹੋਏਗਾ ਤੇ ਕਿਧਰੇ ਪ੍ਰੀਤ ਨਾ ਖਤਮ ਹੋ ਜਾਏ ਗੁਰੂ ਨਾਲ, ਇਹ ਚਿੰਤਾ ਲੱਗਦੀ ਸੀ। ਫਿਰ ਜਿਹੜਾ ਫੀਅਰ ਸਭ ਤੋਂ ਵੱਡਾ ਸੀ ਕਿ ਗੁਰਦੁਆਰਾ ਮਿਸ ਨਾ ਹੋ ਜਾਏ, ਵੀਰ ਜੀ ਨੈਕਸਟ ਸਲਾਈਡ ਤੇ ਚੱਲੀਏ, ਜਿਹੜਾ ਗੁਰਦੁਆਰਾ ਮਿਸ ਨਾ ਹੋ ਜਾਏ ਉਹ ਸੱਚਾ ਹੋ ਗਿਆ। ਫਿਰ I got married ਜਦ ਮੇਰਾ ਅਰਦਾਸ ਹੋਈ ਤੇ ਕੋਈ ਪਲਾਨ ਨਹੀਂ ਸੀਗਾ ਕਿ ਮੈਂ ਇੰਡੀਆ ਤੋਂ ਬਾਹਰ ਜਾਣ ਵਾਲੀ ਹਾਂ। ਇਹ ਸੋਚਿਆ ਸੀ ਕਿ ਪੁਣੇ 'ਚ ਸੈਟਲ ਹੋਣ ਵਾਲੇ ਹਾਂ ਤੇ ਪੁਣੇ ਵਿੱਚ ਵੀ ਅੱਛੀ ਸੰਗਤ ਮਿਲ ਜਾਂਦੀ ਹੈ ਤੇ I'll be happy। ਤੇ ਜਿਹੜਾ ਜੌਬ ਸੀਗੀ ਇੰਨਾ ਟਾਈਮ ਕੀਤੀ ਉਹ ਵੀ ਹੁਣ ਛੱਡਣੀ ਪੈਣੀ ਸੀ, ਕਿਉਂਕਿ ਆਫਟਰ ਅਰਦਾਸ ਮੇਰੇ ਜਿਹੜੇ ਉਸ ਟਾਈਮ ਤੇ ਫਿਆਂਸੇ ਸੀ, ਹੁਣ ਹਸਬੈਂਡ ਨੇ, ਉਹਨਾਂ ਨੂੰ ਆਫਰ ਆ ਗਈ ਜਾਪਾਨ ਵਿੱਚ ਕੁਝ ਕੰਮ ਕਰਨ ਦੀ। ਤਾਂ ਉਹਨਾਂ ਨੇ ਪੁੱਛਿਆ ਕਿ ਚੱਲ ਸਕਦੇ ਆ, ਤੇ ਆਈ ਸੈਡ ਕਿ ਠੀਕ ਹੈ ਚਲੋ ਫਿਰ। ਤੇ ਪਰ ਫੀਅਰ ਅੰਦਰ ਬੈਠਿਆ ਹੋਇਆ ਸੀ ਕਿ ਲੈਂਗੁਏਜ ਆਂਦੀ ਨਹੀਂ ਹੈ ਤੇ ਕਿਵੇਂ ਉੱਥੇ ਚੱਲੇਗਾ ਗੁਰਦੁਆਰਾ, ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਕੁਝ ਸਮਝ ਨਹੀਂ ਆਏਗਾ, ਜੌਬ ਵੀ ਚਲੀ ਗਈ, ਕੀ ਕਰਾਂਗੇ ਉੱਥੇ ਜਾ ਕੇ। ਬਟ ਫਾਈਨਲੀ ਵੀ ਮੂਵ ਟੂ ਜਾਪਾਨ। ਤੇ ਇੱਥੇ ਮੈਂ ਪੀਪੀਟੀ 'ਚ ਇਹ ਲਾਈਨ ਵੀ ਪਾਈ ਹੈ ਕਿ ਮੇਰੇ ਚਿਤਵਨ ਨਾਲ ਕਬੀਰ ਜੋ ਮੈਂ ਚਿਤਵੋ ਨਾ ਕਰੇ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ। ਜੋ ਅਸੀਂ ਸੋਚਿਆ ਹੁੰਦਾ ਰੱਬ ਦਾ ਆਪਣਾ ਹੀ ਪਲਾਨ ਹੈ। ਵੀ ਕੈਨ ਨਾਟ ਥਿੰਕ ਅਬਾਊਟ ਦੈਟ ਕਿ ਰੱਬ ਨੇ ਸਾਡੇ ਵਾਸਤੇ ਕੀ ਪਲਾਨ ਕੀਤਾ ਹੋਇਆ। ਇਟ ਇਜ਼ ਓਨਲੀ ਹੀ ਹੂ ਨੋਜ਼ ਕਿ ਉਹਨਾਂ ਦਾ ਕੀ ਪਲਾਨ ਹੈ। ਫਿਰ ਪਤਾ ਲੱਗਿਆ ਕਿ ਇੱਕ ਗੁਰਦੁਆਰਾ ਹੈਗਾ ਟੋਕੀਓ ਵਿੱਚ, ਤੇ ਹੁਣ ਡਿਸਟੈਂਸ ਜਿਹੜਾ ਹੁਣ ਤੱਕ 30 ਮਿੰਟਸ ਤੇ ਸੀਗਾ, ਹੁਣ 60 to 80 ਮਿੰਟਸ ਹੋ ਗਿਆ ਟਰੈਵਲਿੰਗ ਦਾ। ਤੇ ਇੱਕ ਗੁਰਦੁਆਰਾ ਜਿੱਥੇ ਵਿੱਚ ਇੱਕ ਦੀਵਾਨ ਪੂਰੇ ਮਹੀਨੇ 'ਚ, ਜਿਹੜੇ ਬੱਚੇ ਨੇ ਜਿਹੜੇ ਬੰਦੇ ਨੇ ਰੋਜ਼ ਗੁਰਦੁਆਰੇ ਜਾਣਾ ਹੋਏ ਉਹਨੂੰ ਹੁਣ ਮਿਲ ਗਿਆ ਮਹੀਨੇ 'ਚ ਇੱਕ ਦੀਵਾਨ, ਤੇ ਉਹ ਵੀ 60 to 80 ਮਿੰਟਸ ਦੂਰ। ਤੇ ਉਸ ਤੋਂ ਬਾਅਦ ਜਿਹੜੇ ਰਿਸਪੌਂਸਿਬਿਲਿਟੀਜ਼ ਆਉਂਦੀਆਂ ਨੇ, ਲੱਗਿਆ ਕਿ ਹੁਣ ਤੇ ਜਿਹੜਾ ਡਰ ਸੀ ਉਹੀ ਹੁਣ ਵਾਲਾ ਸਟੇਟ ਲੱਗ ਰਹੀ ਹੈ। ਫਿਰ ਆਪਣਾ ਉਦਮ ਡਾਇਰੈਕਟ ਕੀਤਾ ਕਿ ਨਹੀਂ ਹੁਣ ਆ ਗਿਆ ਤੇ ਜਾਪਨੀਜ਼ ਵੀ ਸਿੱਖਣੀ ਹੈ। ਫਿਰ ਪੂਰਾ ਆਪਣਾ ਐਫਰਟ ਲਗਾਤਾ ਜਾਪਨੀਜ਼ ਸਿੱਖਣ ਵਿੱਚ। 3 ਸਾਲ ਲਗਾ ਕੇ ਜਾਪਨੀਜ਼ ਦੇ 5 ਲੈਵਲਸ ਹੁੰਦੇ ਨੇ, ਉਹਨਾਂ ਵਿੱਚੋਂ 4 ਲੈਵਲਸ ਕਲੀਅਰ ਕੀਤੇ। ਜੌਬ ਲੱਭੀ, ਜੌਬ ਕਈ ਵਾਰੀ ਡਿਸਅਪੁਆਇੰਟਮੈਂਟ ਹੋਈ ਕਿ ਜਿਹੜੇ ਇੰਟਰਵਿਊਜ਼ ਦਿੱਤੇ ਉਹ ਕਲੀਅਰ ਨਹੀਂ ਹੋਏ। ਵਿਜੀ ਕੈਨ ਵੀ ਗੋ ਟੂ ਦ ਨੈਕਸਟ ਸਲਾਈਡ। ਫਿਰ ਫਾਈਨਲੀ ਜਿਹੜੀ ਹੁਣ ਵਾਲੀ ਜੌਬ ਹੈ ਉਹ ਮਿਲ ਗਈ। ਫਿਰ ਇਹ ਇੱਕ ਰਿਲੈਕਸ ਹੋਇਆ ਕਿ ਠੀਕ ਹੈ ਹੁਣ ਕੁਝ ਅੱਗੇ ਸੋਚਿਆ ਜਾ ਸਕਦਾ ਕਿ ਕੀ ਕਰਨਾ ਹੈ। ਫਿਰ ਕਿਵੇਂ ਹੁਣ ਸੰਗਤ ਕਿਵੇਂ ਵਧਾਈ ਜਾਏ। ਗੁਰਦੁਆਰਾ ਤੇ ਮਹੀਨੇ 'ਚ ਪਹਿਲੇ ਇੱਕ ਵਾਰੀ ਹੁੰਦਾ ਸੀ, ਫਿਰ 2 ਵਾਰੀ ਹੋਣਾ ਸ਼ੁਰੂ ਹੋ ਗਿਆ, ਬਟ ਉਨਾ ਸਫੀਸ਼ੀਐਂਟ ਨਹੀਂ ਸੀ ਜਿਹੜੀ ਹੰਗਰ ਸੀ ਉਸ ਦੇ ਹਿਸਾਬ ਨਾਲ। ਤੇ ਹੋਰ ਸੰਗਤ ਚਾਹੀਦੀ ਸੀ, ਹੋਰ ਉਦਮ ਚਾਹੀਦੇ ਸੀ। ਫਿਰ ਕਿਉਂਕਿ ਹੁਣ ਗੁਰਦੁਆਰੇ ਤੋਂ ਦੂਰ ਹੋ ਗਏ ਤੇ ਹੁਣ ਕੋਈ ਹੋਰ ਜਿਹੜੀ ਪੱਕੀ ਪਕਾਈ ਹੁਣ ਤੱਕ ਮਿਲ ਰਹੀ ਸੀ ਹੁਣ ਮਿਲਣੀ ਬੰਦ ਹੋ ਗਈ। ਤੇ ਗੁਰੂ ਜੀ ਨੇ ਕਿਹਾ ਕਿ ਹੁਣ ਆਪ ਉਦਮ ਕਰੋ, ਕੁਝ ਕਰੋ ਕਿ ਜਿਹਦੇ ਨਾਲ ਯੂ ਗੈਟ ਵਾਟ ਯੂ ਵਾਂਟ, ਹੈ ਨਾ। ਹੁਣ ਆਪ ਰੋਟੀ ਬਣਾ ਕੇ ਖਾਣੀ ਪਏਗੀ ਤੁਹਾਨੂੰ। ਯੂ ਹੈਵ ਬੀਨ ਸਪੂਨ ਫੀਡਨ ਫॉर ਵੈਰੀ ਲੌਂਗ। ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਵਿਸਾਖੀ ਦਾ ਪ੍ਰੋਗਰਾਮ ਸੀਗਾ, ਨਾਰਮਲ ਕਲਚਰਲ ਪ੍ਰੋਗਰਾਮ ਸੀਗਾ, ਬਟ ਉਹਨਾਂ ਨੇ ਬੱਚਿਆਂ ਦੀ ਇੱਕ ਪਰਫਾਰਮੈਂਸ ਕਰਾਣੀ ਸੀ ਸ਼ਬਦ ਪੜ੍ਹਨ ਦੀ। ਤੇ ਉਹਨਾਂ ਨੇ ਮੈਨੂੰ ਬੋਲਿਆ ਕਿ ਤੁਸੀਂ ਸਿਖਾ ਸਕਦੇ ਹੋ, ਤੇ ਬੋਲਿਆ ਕਿ ਠੀਕ ਹੈ ਸਿਖਾਵਾਂਗੇ। ਤੇ ਸਿਖਾਣਾ ਸ਼ੁਰੂ ਹੋਏ ਤੇ 1 ਮਹੀਨਾ ਸਿਖਾਇਆ ਉਹ। ਫਿਰ ਲੱਗਿਆ ਉਸ ਤੋਂ ਬਾਅਦ ਕਿ ਇਹ ਕੰਟੀਨਿਊ ਕੀਤਾ ਜਾ ਸਕਦਾ ਹੈ ਨਾ, ਇਹ ਸੰਗਤ ਕੰਟੀਨਿਊ ਹੋ ਸਕਦੀ ਹੈ। ਤੇ ਉਹ ਸੰਗਤ ਫਿਰ ਰੋਜ਼ ਦੀ ਹੋਣ ਲੱਗ ਗਈ। ਤੇ ਆਨਲਾਈਨ ਬੱਚਿਆਂ ਨੂੰ ਕਨੈਕਟ ਕਰਨਾ ਤੇ ਸ਼ਬਦ ਰਿਸਾਈਟ ਕਰਨਾ ਬੱਚਿਆਂ ਨੇ ਇਕੱਠੇ ਡਿਫਰੈਂਟ ਪਲੇਸਿਸ ਤੋਂ, ਆਪਣੇ ਘਰਾਂ ਤੋਂ। ਅਸੀਂ ਫਿਰ ਹੁਣ 1.5 ਸਾਲ ਹੋਣ ਵਾਲਾ ਤੇ ਇਦਾਂ ਰੋਜ਼ ਸ਼ਬਦ ਦੀ ਪ੍ਰੈਕਟਿਸ ਕਰਨੀ, ਕੁਛ ਨਾ ਕੁਛ ਨਵਾਂ ਸਿੱਖਣਾ। ਅਸੀਂ ਹੁਣ 3 ਵੋਲੰਟੀਅਰਸ ਹਾਂ ਜਿਹੜੇ ਆਪਣੀ ਚੇਂਜ ਕਰਦੇ ਰਹਿੰਦੇ ਆ, ਕਦੀ ਕੋਈ ਸਿਖਾਉਂਦਾ ਕਦੀ ਕੋਈ ਸਿਖਾਉਂਦਾ, ਬਟ ਸਾਰਿਆਂ ਦੇ ਬੱਚੇ ਜਿੰਨੇ ਵੀ ਨੇ ਉਹ ਐਟਲੀਸਟ ਦੇ ਆਰ ਏਬਲ ਟੂ ਲਰਨ ਅ ਸ਼ਬਦ। ਜਿਵੇਂ ਸਾਨੂੰ ਕਿਸੇ ਨੇ ਉਦਮ ਕਰਕੇ ਸਿਖਾਇਆ ਸੀ, ਹੁਣ ਅਸੀਂ ਉਦਮ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਬੱਚੇ ਸਿੱਖ ਸਕਣ, ਸਾਡੇ ਆਸ-ਪਾਸ ਦੇ ਜਿੰਨੇ ਜਾਪਾਨ ਵਿੱਚ ਸਿੱਖ ਬੱਚੇ ਨੇ ਐਟਲੀਸਟ ਉਹ ਸਿੱਖ ਸਕਣ, ਇੰਨਾ ਅਸੀਂ ਉਦਮ ਕਰ ਸਕੀਏ। ਫਿਰ ਅਸੀਂ ਗੁਰਮੁਖੀ ਸਿਖਾਉਣ ਵਾਸਤੇ ਕੁਝ ਫੈਮਲੀਜ਼ ਨੇ ਮਿਲ ਕੇ ਉਦਮ ਕੀਤਾ ਕਿ ਵੀ ਆਰ ਗੋਇੰਗ ਟੂ ਮੀਟ ਵਨਸ ਅ ਮੰਥ।
ਤੇ ਉਹ ਗੁਰਮੁਖੀ ਕਲਾਸਿਸ, ਉਹਦੇ ਵਿੱਚ ਜਿਹੜਾ ਕੀਰਤਨ ਅਸੀਂ ਰਿਵਾਈਜ਼ ਕਰਦੇ ਸੀ ਰੋਜ਼ ਉਹ ਵਾਪਸ ਤੋਂ ਬੱਚਿਆਂ ਦਾ ਫੇਸ ਟੂ ਫੇਸ ਰਿਵਾਈਜ਼ ਕਰਨਾ, ਤੇ ਕੋਈ ਗੇਮ ਕਰਨੀ ਗੁਰਮਤ ਤੋਂ ਰਿਲੇਟਡ, ਜਿਹਦੇ ਨਾਲ ਬੱਚੇ ਇੰਜੋਏ ਵੀ ਕਰ ਸਕਣ ਇੰਨਾ ਸਭ ਪੜ੍ਹਨ ਤੋਂ ਇਲਾਵਾ। ਤੇ ਉਹ ਸਭ ਕਰਕੇ ਹੁਣ ਇਹਦੇ ਨਾਲ ਥੋੜਾ ਇਹ ਸੰਤੁਸ਼ਟੀ ਮਿਲਦੀ ਹੈ ਕਿ ਜਿਵੇਂ ਇੱਕਦਮ ਜਿਵੇਂ ਜਾਪਾਨ ਆ ਕੇ ਖਾਲੀ ਹੋ ਗਿਆ ਸੀ ਕਿ ਹੁਣ ਕੀ ਕਰੀਏ, ਹੁਣ ਤੇ ਕੁਝ ਵੀ ਨਹੀਂ ਹੈਗਾ, ਮਹੀਨੇ 'ਚ ਇੱਕ ਹੋ ਗਿਆ ਹੈ ਦੀਵਾਨ, ਉਸ ਤੋਂ ਚੇਂਜ ਆਉਣਾ ਸ਼ੁਰੂ ਹੋ ਗਿਆ। ਹੁਣ ਲੱਗ ਰਿਹਾ ਕਿ ਨਾਰਮਲ ਉਹੀ ਸਭ ਸ਼ੁਰੂ ਹੋਣ ਲੱਗ ਜਾਏਗਾ। ਵੀ ਲੁੱਕ ਫਾਰਵਰਡ ਕਿ ਜਦ ਇਹ ਬੱਚੇ ਵੱਡੇ ਹੋਣਗੇ ਤੇ ਜਿਵੇਂ ਰੋਜ਼ ਅਸੀਂ ਸ਼ਾਇਦ ਇੱਕ ਸਾਲ ਵਿੱਚ ਅਰਾਊਂਡ 13 ਸ਼ਬਦ ਜਾਂ ਏਦਾਂ 13 ਚੀਜ਼ਾਂ ਬੱਚਿਆਂ ਨੂੰ ਸਿਖਾ ਦਿੱਤੀਆਂ ਕਵਿਤਾ ਮਿਲਾ ਕੇ। ਤੇ ਮੈਨੂੰ ਲੱਗਦਾ ਕਿ ਅਗਰ ਇਹ ਸਾਲੋਂ ਸਾਲ ਚੱਲਦਾ ਰਹੇਗਾ ਤੇ ਬੱਚੇ ਕਿੰਨੇ ਸ਼ਬਦ ਸਿੱਖ ਜਾਣਗੇ। when these kids would be organizing a ਦੀਵਾਨ, ਤੇ ਸਾਡੇ ਕੋਲ ਕਿੰਨਾ ਨਵਾਂ ਹੋਏਗਾ ਸੁਣਨ ਵਾਸਤੇ, ਕਿੰਨਾ ਡਿਫਰੈਂਟ ਚੀਜ਼ਾਂ ਹੋਣਗੀਆਂ ਸੁਣਨ ਵਾਸਤੇ। ਤੇ that makes the ਜਿਹੜਾ ਇੱਕ ਤੂਫਾਨ ਆ ਗਿਆ ਸੀ ਇਹ ਸੋਚ ਕੇ ਕਿ ਜਾਪਾਨ ਮੂਵ ਕਰਕੇ ਹੁਣ ਇੱਕਦਮ ਉਥਲ ਪੁਥਲ ਹੋਣ ਵਾਲੀ ਹੈ, ਪ੍ਰੀਤ ਟੁੱਟਣ ਵਾਲੀ ਹੈ, ਉਹ ਸਭ ਡਰ ਵਿੱਚੋਂ ਨਿਕਲ ਕੇ ਹੁਣ ਥੋੜਾ ਏਦਾਂ ਲੱਗਦਾ ਹੈ ਕਿ ਸਹੀ ਰਸਤੇ ਤੇ ਆਉਣ ਲੱਗੀ ਹੈ ਥੋੜੀ ਸਾਡੀ ਟਰੈਵਲਿੰਗ। ਵੀਰ ਜੀ ਨੈਕਸਟ ਸਲਾਈਡ ਤੇ ਚਲੀਏ। ਹੁਣ ਜਾਪਾਨ ਵਾਸਤੇ, ਜਾਪਾਨ ਅਨਲਾਈਕ ਕੈਨੇਡਾ, ਆਸਟ੍ਰੇਲੀਆ ਜਿੱਥੇ ਆਲਰੇਡੀ ਬਹੁਤ ਸਿੱਖ ਨੇ, ਜਾਪਾਨ ਇਜ਼ ਨਾਟ ਲਾਈਕ ਦੈਟ। ਜਾਪਾਨ ਵਿੱਚ ਸਿੱਖਾਂ ਦੀ ਪੋਪੂਲੇਸ਼ਨ ਬਹੁਤ ਹੀ ਘੱਟ ਹੈ ਤੇ there is lots and lots that can be done in Japan। ਤੇ ਹੁਣ ਜਿਹੜੇ ਲੁਕਿੰਗ ਫਾਰਵਰਡ ਵਾਲੇ ਡ੍ਰੀਮ ਨੇ, ਤੇ ਮੈਂ ਆਪਣੇ ਬੇਟੀ ਨੂੰ ਜਾਪਨੀ ਸਕੂਲ ਵਿੱਚ ਪਾਇਆ ਕਿ ਲੁਕਿੰਗ ਫਾਰਵਰਡ ਕਿ ਉਹ ਸਿੱਖੀ ਔਰ ਜਾਪਨੀਜ਼ ਦੋਨੋਂ ਲੈਂਗੁਏਜ ਆਉਣਗੀ ਤੇ she can translate and help me translate some meanings of part, some meaning of Gurbani to Japanese language। ਅਸੀਂ ਜਾਪਨੀਜ਼ ਲੋਕਾਂ ਨਾਲ ਵੀ ਸ਼ੇਅਰ ਕਰ ਸਕਦੇ ਹੋਈਏ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਮੈਸੇਜ ਦਿੱਤਾ ਵਨ ਗੋਡ ਦਾ, ਅਸੀਂ ਉਹ ਮੈਸੇਜ ਉਹਨਾਂ ਤੱਕ ਵੀ ਪਹੁੰਚਾ ਸਕੀਏ। ਜਿਹੜਾ ਸੁਪਰਸਟੀਸ਼ਨ ਤੋਂ ਉਹਨਾਂ ਨੇ ਸਾਨੂੰ ਬਾਹਰ ਕੱਢਿਆ, ਅਸੀਂ ਉਹਨਾਂ ਨੂੰ ਵੀ ਕੱਢ ਸਕੀਏ। ਤੇ ਇਹ ਹੁਣ ਅਗਲਾ ਆਬਜੈਕਟਿਵ ਦਿਖਦਾ ਹੈ, ਉਹਨਾਂ ਨੂੰ ਫੈਮਿਲੀਅਰ ਕਰਾ ਸਕੀਏ ਕਿ ਸਿੱਖ ਕੀ ਹੁੰਦੇ ਨੇ, ਇੱਕ ਸਿੱਖਾਂ ਦੀ ਪਹਿਚਾਣ, ਉਹਨਾਂ ਦੇ ਅੱਗੇ ਇੱਕ ਅੱਛਾ ਐਗਜ਼ਾਮਪਲ ਉਹਨਾਂ ਦਾ ਦੇ ਸਕੀਏ। ਐਂਡ ਜਿੱਦਾਂ ਗੁਰੂ ਜੀ ਨੇ ਇੱਦਾਂ ਦੀ ਸਾਨੂੰ ਦਿੱਖ ਦਿੱਤੀ ਕਿ ਇੱਕ ਸਿੱਖ ਜਿਹੜਾ ਹੈ ਇਜ਼ ਅ ਪ੍ਰਚਾਰਕ ਹਿਮਸੈਲਫ। ਤੁਸੀਂ ਜਿੰਨੇ ਬੈਠੇ ਹੋ ਸਾਰੇ ਬੱਚੇ, ਤੁਸੀਂ ਇੱਕ ਬੱਚਾ, ਤੁਹਾਡੇ ਮੋਢਿਆਂ ਤੇ ਇੰਨੀ ਜ਼ਿੰਮੇਵਾਰੀ ਹੈ, ਤੁਸੀਂ ਇੱਕ ਗੁਰੂ ਕੇ ਲਾ ਲਿਓ। ਤੁਸੀਂ ਜਿੱਥੇ ਜਾਓਗੇ people will look at you and will consider you as an impression of ਸਿੱਖੀ। ਅਗਰ ਤੁਸੀਂ ਅੱਛਾ ਕੰਮ ਕਰਦੇ ਹੋ ਤੇ ਸਾਰਿਆਂ ਦਾ ਇੰਪ੍ਰੈਸ਼ਨ, ਤੁਸੀਂ ਸਾਡੇ ਸਾਰਿਆਂ ਵਾਸਤੇ ਇੱਕ ਇੰਪ੍ਰੈਸ਼ਨ ਲੈਣ ਵਾਲੇ ਹੋ ਕਿ ਇਹ ਤੇ ਬਹੁਤ ਮਿਹਨਤੀ ਬੰਦੇ ਹੁੰਦੇ ਨੇ, ਤੇ ਬਹੁਤ ਅੱਛਾ ਕੰਮ ਕਰਦੇ ਨੇ, ਤੇ ਬਹੁਤ ਓਨੈਸਟ ਕੰਮ ਕਰਦੇ ਨੇ। ਤੇ ਤੁਹਾਡੀ ਰਿਸਪੌਂਸਿਬਿਲਿਟੀ, ਸਾਡੇ ਸਾਰਿਆਂ ਦੀ ਰਿਸਪੌਂਸਿਬਿਲਿਟੀ, ਜਿਨ੍ਹਾਂ ਨੂੰ ਗੁਰੂ ਜੀ ਨੇ ਸਿੱਖੀ ਬਾਣਾ ਦਿੱਤਾ ਹੈ ਉਹਦੇ ਨਾਲ ਬਹੁਤ ਜ਼ਿਆਦਾ ਮਲਟੀਪਲਾਈਡ ਹੈ ਇੱਕ ਨਾਰਮਲ ਬੰਦੇ ਦੇ ਹਿਸਾਬ ਨਾਲ। ਤੇ ਇੱਥੇ ਮੈਂ ਕੰਕਲੂਡ ਕਰਾਂਗੀ ਮੇਰੀ ਲਾਈਫ ਵਿੱਚ ਜੋ ਉਦਮ ਸਾਰਿਆਂ ਨੇ ਕੀਤੇ, ਜੋ ਉਦਮ ਮੈਂ ਅੱਗੇ ਲੁਕਿੰਗ ਫਾਰਵਰਡ ਦੇਖਦੀ ਹਾਂ। ਤੁਸੀਂ ਕੋਈ ਵੀ ਕੁਐਸਚਨ ਤੁਸੀਂ ਆਪਣਾ ਕੁਝ ਐਕਸਪੀਰੀਅੰਸ ਮੈਸੇਜ ਕਰਨਾ ਚਾਹੁੰਦੇ ਹੋ, ਤੁਸੀਂ ਅੱਜ ਦੇ ਸੈਸ਼ਨ ਵਿੱਚ ਜੋ ਵੀ ਤੁਹਾਡਾ ਟੇਕ ਅਵੇ ਪੁਆਇੰਟ ਹੋਏ, ਜੋ ਵੀ ਤੁਹਾਨੂੰ ਅੱਛਾ ਲੱਗਿਆ ਹੋਏ, ਜੋ ਵੀ ਤੁਹਾਡਾ ਕੁਐਰੀ ਹੋਏ, ਪਲੀਜ਼ ਮੈਸੇਜ ਤੇ ਦੱਸੋ। ਤੇ ਭੈਣ ਜੀ ਇੱਕ ਮੈਂ ਪੁੱਛਣਾ ਸੀ ਕਿ ਜਿਵੇਂ ਤੁਸੀਂ ਆਪਣੀ ਸਾਰੀ ਲਾਈਫ ਕਦੀ ਮੂਵ ਵੀ ਕੀਤੇ, ਤੁਸੀਂ ਟਰੈਵਲ ਹੀ ਕੀਤਾ, ਤੁਸੀਂ ਪਹਿਲਾਂ ਸਹਾਰਨਪੁਰ ਤੋਂ ਫਿਰ ਉੱਥੇ ਗਏ ਨੋਇਡਾ, ਬੰਬਈ ਗਏ, ਫਿਰ ਬੰਬਈ ਤੋਂ ਤੁਸੀਂ ਇੱਧਰ ਜਾਪਾਨ ਆ ਗਏ, ਤੇ ਇੰਨੀ ਜਿਵੇਂ ਤੁਸੀਂ ਟਰੈਵਲਿੰਗ ਕੀਤੀ ਹੈ, ਤੇ ਹੁਣ ਜਿਵੇਂ ਤੁਹਾਨੂੰ ਪਹਿਲਾਂ ਝਾਕਾ ਹੁੰਦਾ ਸੀ ਕਿ ਨਵੀਂ ਜਗ੍ਹਾ ਜਾਣਾ, ਤੁਹਾਨੂੰ ਹੁਣ ਵੀ ਹੁੰਦਾ ਉਸ ਤਰ੍ਹਾਂ ਦਾ ਡਰ ਫਿਰ ਵੀ ਰਹਿੰਦਾ ਕਿਸੇ ਨਵੀਂ ਜਗ੍ਹਾ ਜਾਣ ਦਾ, ਜਾਂ ਹੁਣ ਤੁਸੀਂ ਬਿਲਕੁਲ ਕੰਫਰਟੇਬਲ ਹੋ ਗਏ, ਤੁਸੀਂ ਉਹ ਇੰਨੀ ਪ੍ਰੈਕਟਿਸ ਹੋ ਗਈ ਹੈ ਬਾਰ-ਬਾਰ ਅੱਗੇ ਪਿੱਛੇ ਮੂਵ ਕਰਨ ਦੀ? ਨਹੀਂ, ਮੈਂ ਇਹ ਤੇ ਨਹੀਂ ਬੋਲਾਂਗੀ ਕਿ ਇੱਕਦਮ ਪ੍ਰੈਕਟਿਸ ਹੋ ਗਈ। ਹੁਣ ਤੁਸੀਂ ਮੈਨੂੰ ਅਗਰ ਚਾਈਨਾ ਭੇਜਦੇ ਹੋ ਤਾਂ ਮੈਂ ਬਹੁਤ ਹੈਪੀਲੀ ਚਲੀ ਜਾਵਾਂਗੀ। ਸ਼ਾਇਦ ਮੈਨੂੰ ਲੱਗੇਗਾ ਥੋੜਾ ਅਨਕੰਫਰਟ ਆਏਗਾ ਕਿ ਚਾਈਨਾ ਵਿੱਚ ਕਿਵੇਂ ਜਾ ਕੇ ਸੈਟਲ ਹੋਵਾਂਗੇ, ਜਾਂ ਚਾਈਨਾ ਕਿੱਦਾਂ ਮੈਨੇਜ ਹੋਏਗਾ ਜਿਵੇਂ ਜਾਪਾਨ ਆਉਣ ਤੋਂ ਪਹਿਲੇ ਲੱਗਿਆ ਸੀ। ਬਟ ਗ੍ਰੈਜੂਅਲੀ I'll mold myself, I'll try to change myself ਕਿ ਉਸ ਹਿਸਾਬ ਨਾਲ ਉਹਨਾਂ ਦੇ ਕਲਚਰ ਵਿੱਚ ਢਲ ਸਕੀਏ।
ਬਟ ਆਈ ਕੈਨ ਨਾਟ ਸੇ ਕਿ ਮੈਂ ਹੁਣ ਪੂਰੀ ਕੰਫਰਟੇਬਲ ਆ, ਮੈਨੂੰ ਕਿਸੇ ਵੀ ਜਗ੍ਹਾ ਤੇ ਪਾ ਦਿਓ ਐਂਡ ਆਈ ਬੀ ਫਾਈਨ। ਬਟ ਹਾਂ ਇਹ ਇੱਕ ਟਰਸਟ ਹੋ ਗਿਆ ਹੈ ਕਿ ਰਸਤੇ ਬਣ ਹੀ ਜਾਂਦੇ ਨੇ, ਅਸੀਂ ਚਾਹੀਏ ਉਦਮ ਕਰੀਏ ਤੇ ਇਟ ਇਜ਼ ਨਾਟ ਇੰਪੋਸੀਬਲ। ਜਿਵੇਂ ਜਾਪਨੀਜ਼ ਸਿੱਖੀ ਹੈ ਉਦਾਂ ਚਾਈਨੀਜ਼ ਵੀ ਸਿੱਖੀ ਜਾ ਸਕਦੀ ਹੈ, ਤੇ ਇਹ ਇੱਕ ਕੌਨਫੀਡੈਂਸ ਆ ਗਿਆ। ਬਟ ਹਾਂ ਇੱਕ ਵਾਰੀ ਜਿਹੜਾ ਨਿਡਰ ਨਹੀਂ ਹੋਇਆ ਹਲੇ, ਉਹਦੇ ਵਿੱਚ ਸ਼ਾਇਦ ਹੋਰ ਸ਼ਿਫਟਿੰਗ ਕਰਨੀ ਪਏਗੀ ਉਹ ਸਿੱਖਣ ਵਾਸਤੇ। ਇੱਕ ਨਵਜੋਤ ਭੈਣ ਜੀ ਦਾ ਕੁਐਸਚਨ ਹੈ, ਤੁਸੀਂ ਇੰਨੇ ਸ਼ਾਂਤ ਕਿਵੇਂ ਰਹਿੰਦੇ ਹੋ, ਉਹਨੇ ਪੁੱਛਿਆ। ਏਦਾਂ ਦੀ ਕੋਈ ਗੱਲ ਤੇ ਨਹੀਂ ਹੈ, ਮੈਂ ਸ਼ਾਇਦ 1 ਘੰਟੇ ਤੋਂ ਬੋਲ ਰਹੀ ਹਾਂ ਤੇ ਇਹ ਕਹਿਣਾ ਠੀਕ ਨਹੀਂ ਹੋਏਗਾ ਕਿ ਮੈਂ ਬਹੁਤ ਸ਼ਾਂਤ ਰਹਿੰਦੀ ਹਾਂ। ਬਟ ਉਹਨਾਂ ਦਾ ਮਤਲਬ ਹੈ ਕਿ ਤੁਸੀਂ ਬੜੇ ਜੋ ਤੁਹਾਡੀ ਵੀ ਬੜੀ ਗੁਣ ਸੌਫਟ ਨੇ, ਸਪੋਕਨ ਹੈਗੇ ਹੋ, ਸ਼ਾਇਦ ਉਹਨਾਂ ਦਾ ਇਹ ਮਤਲਬ ਹੈ ਕਿ ਤੁਸੀਂ ਬੜਾ ਸ਼ਾਂਤ ਸੁਭਾਅ ਦੇ ਲੱਗਦੇ ਹੋ। ਜੋ ਵੀ ਗੁਣ ਨੇ ਉਹ ਗੁਰੂ ਜੀ ਦੇ ਹੀ ਹੁੰਦੇ ਨੇ, ਹਨਾ। everybody is born the same, ਬਟ ਜਿਵੇਂ ਸਾਨੂੰ ਸੰਸਕਾਰ ਮਿਲਦੇ ਨੇ, ਸਾਡੇ ਆਸ-ਪਾਸ ਤੋਂ ਸਿੱਖਣ ਨੂੰ ਮਿਲਦਾ ਹੈ, ਉਹਦੇ ਨਾਲ ਅਸੀਂ ਚੇਂਜ ਹੁੰਦੇ ਰਹਿੰਦੇ ਹਾਂ। ਜਿਨ੍ਹਾਂ ਨੂੰ ਅੱਛੀ ਸੰਗਤ ਮਿਲ ਜਾਏ ਉਹ ਫਿਰ ਇੰਪਰੂਵ ਹੁੰਦੇ ਰਹਿੰਦੇ ਨੇ। ਤੇ ਤੁਸੀਂ ਕਹਿ ਸਕਦੇ ਹੋ ਕਿ ਅੱਛੀ ਸੰਗਤ, ਗੁਰੂ ਜੀ ਦੀ ਬਾਣੀ, ਸ਼ਾਇਦ ਅਗਰ ਕੋਈ ਗੁਣ ਹੈ ਤੇ ਉਸੇ ਕਰਕੇ ਹੈਗਾ। How do you manage your time for Gurbani and other things like learning Japanese? ਤੇ ਮੈਨੂੰ ਲੱਗਦਾ 24 ਆਵਰਸ ਕਾਫੀ ਹੁੰਦੇ ਨੇ ਅਗਰ ਅਸੀਂ ਠੀਕ ਤਰ੍ਹਾਂ ਪਲਾਨ ਕਰੀਏ ਤੇ। ਇੱਦਾਂ ਦਾ ਕੋਈ ਕੰਮ ਨਹੀਂ ਹੈ। ਜਿਹੜੇ ਲੋਕ ਇੰਨੇ ਵਰਲਡ ਰਿਕਾਰਡਸ ਬਣਾਉਂਦੇ ਨੇ ਉਹਨਾਂ ਕੋਲ ਵੀ ਸਾਡੇ ਵਰਗੇ 24 ਆਵਰਸ ਹੀ ਹੁੰਦੇ ਨੇ, ਐਂਡ ਦੇ ਮੈਨੇਜ, ਦੇ ਡਿਸਾਈਡ ਕਿ ਉਹਨਾਂ ਦੀ ਕੀ ਪ੍ਰਾਇਰਟੀਜ਼ ਨੇ। ਅਗਰ ਅਸੀਂ ਪ੍ਰਾਇਰਟੀਜ਼ ਆਪਣੀ ਸੈੱਟ ਕੀਤੀ ਹੋਏ ਤੇ ਅਗਰ ਪ੍ਰਾਇਰਟੀ ਹੈ ਗੁਰਬਾਣੀ ਪੜ੍ਹਨਾ, ਪ੍ਰਾਇਰਟੀ ਹੈ ਜਾਪਨੀਜ਼ ਸਿੱਖਣਾ, ਤੇ ਬੇਸ਼ੱਕ ਸਿੱਖ ਜਾਵਾਂਗੇ। ਉਹ ਸਿਰਫ ਪ੍ਰਾਇਰਟੀ, ਅਗਰ ਤੁਹਾਨੂੰ ਪਤਾ ਹੈ ਕਿ ਗੁਰਬਾਣੀ ਤੋਂ ਬਿਨਾਂ ਮੇਰਾ ਨਹੀਂ ਚੱਲਣਾ, ਜਾਪਨੀਜ਼ ਤੋਂ ਬਿਨਾਂ ਮੇਰਾ ਨਹੀਂ ਚੱਲਣਾ, ਤੇ ਤੁਸੀਂ ਡੈਫੀਨੇਟਲੀ ਸਿੱਖ ਜਾਓਗੇ। ਪਰ ਇਹ ਇੱਕ ਅੰਦਰ ਆਉਣੀ ਚਾਹੀਦੀ ਹੈ ਸੋਚ ਕਿ ਇਹ ਦਿਸ ਇਜ਼ ਨੈਸੈਸਰੀ ਫॉर मी। ਅਗਰ ਆ ਜਾਏਗੀ ਤੇ ਜ਼ਰੂਰ ਅਸੀਂ ਉਹ ਚੀਜ਼ ਆਪਣੀ ਲਾਈਫ ਵਿੱਚ ਉਹਨੂੰ ਟਾਈਮ ਦੇ ਸਕਾਂਗੇ। ਮੈਂ ਇਨਵਾਇਰਮੈਂਟ ਰਿਲੇਟਡ ਕੋਈ ਵਰਕ ਕੀਤਾ ਹੈ? ਮੈਨੂੰ ਲੱਗਦਾ ਨਹੀਂ ਕਿ ਮੈਂ ਇਨਵਾਇਰਮੈਂਟ ਰਿਲੇਟਡ, ਸਿਰਫ ਮੈਂ ਜਿਹੜਾ ਆਪਣੇ ਘਰ ਦੀ ਗੋਮੀ ਹੈ, ਦੈਟ ਇਜ਼ ਆਈ ਐਮ ਦਾ ਜਿਹੜਾ ਘਰ ਦਾ ਗਾਰਬੇਜ ਹੁੰਦਾ ਉਹਨੂੰ ਜਾਪਨੀਜ਼ ਵਿੱਚ ਗੋਮੀ ਕਹਿੰਦੇ, ਉਹਨੂੰ ਠੀਕ ਤਰ੍ਹਾਂ ਬਾਈਫਰਕੇਟ ਕਰਕੇ ਥਰੋ ਕਰਦੇ ਹਾਂ। ਤੇ ਆਈ ਅਵੋਇਡ ਯੂਜ਼ਿੰਗ ਪੋਲੀਥੀਨਸ ਐਜ਼ ਮਚ ਐਜ਼ ਪੋਸੀਬਲ। ਅਗਰ ਮੈਂ ਇਨਵਾਇਰਮੈਂਟ ਤੇ ਪਰਸਨਲੀ ਇੱਕ ਇੰਡੀਵਿਜੂਅਲੀ ਜਿਹੜਾ ਕੰਮ ਕੀਤਾ ਉਹ ਹੀ ਹੋਏਗਾ। ਜੋ ਵੀ ਰੀਸਾਈਕਲ ਕਰਨਾ ਹੈ ਉਹਨੂੰ ਸੈਪਰੇਟ ਕਰਕੇ ਔਰ ਉੱਦਾਂ ਡਿਸਪੋਜ਼ ਆਫ ਕਰਦੇ ਹਾਂ ਕਿ ਥੋੜਾ ਆਪਣਾ ਪਾਰਟ ਐਜ਼ ਐਨ ਇੰਡੀਵਿਜੂਅਲ ਕਰ ਸਕੀਏ। What was your age when you shifted to Bombay? I shifted to Bombay in 2009. 2009, I was 21 years old. ਇੱਕ ਮੈਂ ਕੁਐਸਚਨ ਪੁੱਛਣਾ ਕਿ ਜਿਵੇਂ ਤੁਸੀਂ ਇੱਥੇ ਹੁਣ ਜਿਹੜਾ ਜਾਪਾਨੀ ਸੱਭਿਆਚਾਰ ਹੈਗਾ, ਤੁਹਾਨੂੰ ਕੋਈ ਇਹਦੇ 'ਚ ਸਿਮਿਲੈਰਿਟੀ ਲੱਗਦੀ ਹੈ? ਜਿਵੇਂ ਸਿੱਖ ਕਲਚਰ ਹੋ ਗਿਆ ਤੇ ਇੱਥੇ ਦੇ ਕਲਚਰ ਨਾਲ ਕੋਈ ਸਿਮਿਲੈਰਿਟੀਜ਼ ਹੈਗੀਆਂ ਜਿਹੜੇ ਤੁਹਾਨੂੰ ਜਿਹੜੇ ਜਾਪਨੀਜ਼ ਨੇ ਉਹ ਬਹੁਤ ਡਿਸਿਪਲਿਨਡ ਰਹਿੰਦੇ ਨੇ, ਤੇ ਜਿਵੇਂ ਅਸੀਂ ਉਸ ਕੰਪੇਅਰ ਕਰੀਏ ਜੋ ਗੁਰੂ ਜੀ ਨੇ ਸਾਨੂੰ ਦਿੱਤਾ ਹੈ ਤੇ ਡਿਸਿਪਲਿਨ ਦਿੱਤਾ ਹੈ, ਅਰਲੀ ਰਾਈਜ਼ਰ ਬਣਾਇਆ ਹੈ ਸਾਨੂੰ, ਤੇ ਮਾਰਸ਼ਲ ਆਰਟਸ ਕਰਨ ਨੂੰ ਕਿਹਾ ਹੈ। ਅਗਰ ਉੱਦਾਂ ਦੇਖੀਏ ਤੇ ਗੁਰੂ ਜੀ ਨੇ ਵੀ ਸਾਨੂੰ ਡਿਸਿਪਲਿਨ ਹੋਣ ਵਾਸਤੇ ਇੰਸਪਾਇਰ ਕੀਤਾ ਹੈ, ਸਾਨੂੰ ਟਾਈਮ ਦਾ ਪੰਕਚੁਅਲ ਹੋਣ ਦਾ ਇੰਸਪਾਇਰ ਕੀਤਾ ਹੈ। ਤੇ ਉੱਦਾਂ ਹੀ ਜਾਪਨੀਜ਼ ਪੀਪਲ ਆਰ ਆਲਸੋ ਵੈਰੀ ਪੰਕਚੁਅਲ, ਔਰ ਆਪਣੇ ਕਲਚਰ ਨੂੰ ਬੜਾ ਪਿਆਰ ਕਰਦੇ ਨੇ ਲੋਕ। ਜਿਵੇਂ ਅਸੀਂ ਅਗਰ ਜਨਰਲੀ ਦੇਖਿਆ ਜਾਏ ਤੇ ਇੰਡੀਆ ਵਿੱਚ ਇੰਗਲਿਸ਼ ਮੀਡੀਅਮ ਸਭ ਤੋਂ ਜ਼ਿਆਦਾ ਪ੍ਰੈਫਰਡ ਮੀਡੀਅਮ ਆਫ ਸਟੱਡੀ ਹੈ, ਬਟ ਇੱਥੇ ਇਹਨਾਂ ਦਾ ਜਾਪਨੀਜ਼ ਮੀਡੀਅਮ ਇਜ਼ ਦੇਅਰ ਮੋਸਟ ਪ੍ਰੈਫਰਡ ਮੀਡੀਅਮ ਆਫ ਸਟੱਡਿੰਗ। ਤੇ ਜਿਹੜੀ ਖਾਲਸੇ ਦੀ ਰਹਿਤ ਹੈ, ਸੱਚ ਬੋਲਣਾ, ਮਿਹਨਤ ਕਰਨੀ, ਉਹ ਸਭ ਇਹਨਾਂ ਦੇ ਅੰਦਰ ਵੀ ਪਾਇਆ ਜਾਂਦਾ ਹੈ। ਇਹਨਾਂ ਦੇ ਸਮੁਰਾਏ ਅਗਰ ਤੁਹਾਨੂੰ ਪਤਾ ਹੋਏਗਾ ਤੇ ਉਹ ਵੀ ਵਾਰੀਅਰਸ ਰਹੇ ਨੇ, which is similar to our ਜੋ ਸਾਨੂੰ ਸੇਂਟ ਐਂਡ ਸੋਲਜਰ ਬਹੁਤ ਬਣਾਇਆ। ਤੇ ਕੁਝ ਸਿਮਿਲੈਰਿਟੀਜ਼ ਨੇ ਜਿਹੜੀਆਂ ਮੈਂ
ਜਿਹੜੀਆਂ ਮੈਂ ਦੇਖ ਸਕਦੀ ਹਾਂ। ਰਵਿੰਦਰ ਕੌਰ ਜੀ ਕਹਿ ਰਹੇ ਨੇ ਕਿ ਕਿਸੇ ਇੱਕ ਸ਼ਬਦ ਦੀਆਂ 2 ਪੰਕਤੀਆਂ ਅਗਰ ਸੁਣਾ ਸਕੋ, ਤੇ ਅਗਰ ਇੰਦਰਪ੍ਰੀਤ ਵੀਰ ਜੀ ਦੱਸਣ ਕਿ ਹਾਂਜੀ ਭੈਣ ਜੀ, ਤੇ ਵੀਰ ਜੀ ਟਾਈਮ ਹੈਗਾ ਸਾਡੇ ਕੋਲ 2 ਪੰਕਤੀਆਂ ਵਾਸਤੇ? ਬਸ 2 ਪੰਕਤੀਆਂ, ਫਿਰ ਅਸੀਂ ਖਤਮ ਕਰ ਸਕਦੇ ਹਾਂ, ਐਂਡ ਕਰ ਸਕਦੇ ਹਾਂ। ਥੈਂਕ ਯੂ। ਅੱਛਾ, ਠੀਕ ਹੈ। ਕਿਸੇ ਹੋਰ ਦਾ ਕੋਈ ਕੁਐਸਚਨ ਤੇ ਨਹੀਂ ਹੈ? ਫਿਰ ਅਸੀਂ ਇਹ 2 ਪੰਕਤੀਆਂ ਤੋਂ ਬਾਅਦ ਆਪਣੀ ਕਾਲ ਕਲੋਜ਼ ਕਰਦੇ ਹਾਂ। ਤੇ ਭੈਣ ਜੀ ਤੁਸੀਂ ਆਪਣਾ ਇੱਕ ਵਾਰ ਈਮੇਲ ਆਈਡੀ ਜਾਂ ਕੋਈ ਕੰਟੈਕਟ ਤੁਸੀਂ ਇੱਥੇ ਸ਼ੇਅਰ ਕਰ ਦਿਓ ਜਾਂ ਦੱਸ ਦਿਓ, ਹੈ ਹਾਂਜੀ, ਨਾ। ਉੱਥੇ ਬਾਅਦ ਚ ਜੇ ਕਿਸੇ ਨੇ ਵੀ ਤੁਹਾਨੂੰ ਗੈਟ ਇਨ ਟੱਚ ਵਾਂਟਡ ਕਿ ਵੀ, ਫਿਰ ਉਹ ਤੁਹਾਨੂੰ ਆਪੇ ਤੁਹਾਡੇ ਨਾਲ ਠੀਕ ਹੈ। ਸਾਂਝ ਪਾ ਲੈਣਗੇ। ਮੈਂ ਇਸ ਗਰੁੱਪ ਵਿੱਚ ਪਿੰਗ ਕਰ ਦਿੰਦੀ ਹਾਂ। ਹਾਂਜੀ, ਤੇ ਫਿਰ ਤੁਸੀਂ 2 ਪੰਕਤੀਆਂ ਸੁਣਾ ਕੇ ਅਸੀਂ ਫਿਰ ਫਤਿਹ ਬੁਲਾ ਦਾਂਗੇ। As there are many cultures in India, so there are also different cultures in Japan. Japan ਵਿੱਚ different cultures ਤੇ ਨਹੀਂ ਹੈਗੇ। There is only one type of culture. There are different type of languages ਜ਼ਰੂਰ ਨੇ, but different type of cultures ਨਹੀਂ ਨੇ। ਤੇ ਅੱਜ ਦਾ ਸ਼ਬਦ, ਕਿਉਂਕਿ ਅਸੀਂ ਡਿਫਰੈਂਟ ਪਲੇਸਿਸ ਤੋਂ ਕਨੈਕਟ ਹੋਏ ਨੇ, ਤੇ ਅੱਜ ਕੱਲ ਸਭ ਤੋਂ ਵੱਡਾ ਫੀਅਰ ਕੋਰੋਨਾ ਦਾ ਹੈਗਾ। ਤੇ ਮੈਂ ਜਗਤ ਜਲੰਦਾ ਸ਼ਬਦ ਦੀ 2 ਲਾਈਨਾਂ ਪੜਾਂਗੀ। ਤੇ ਆਈ ਪ੍ਰੇ ਦੈਟ ਯੂ ਆਲ ਸਟੇ ਵੈਲ। ਤੁਹਾਡੇ ਸਾਰਿਆਂ ਤੇ ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣ, ਸਾਰੀ ਦੁਨੀਆ ਤੇ ਮਿਹਰ ਭਰਿਆ ਹੱਥ ਰੱਖਣ। ਤੇ we'll close this call after these 2 lines. Inderpreet Veer ji will carry on after that. ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, 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 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਜਿਤ ਦੁਆਰੇ ਉਬਰੈ ਤਿਤੈ ਲਿਹੋ ਉਬਾਰ, ਜਿਤ ਦੁਆਰੇ ਉਬਰੈ ਤਿਤੈ ਲਿਹੋ ਉਬਾਰ, 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 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਥੈਂਕ ਯੂ ਭੈਣ ਜੀ, ਥੈਂਕ ਯੂ ਵੀਰ ਜੀ, ਤੁਸੀਂ ਸਮਾਂ ਥੈਂਕ ਯੂ ਦਿੱਤਾ ਸਾਰਿਆਂ ਆਪਣਾ। ਦਾ। ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਰੇ ਜੁੜੇ ਹੋ, ਤੁਸੀਂ ਆਪਣਾ ਸਮਾਂ ਸਾਰਿਆਂ ਨੇ ਬੰਨਿਆ ਇੱਥੇ। ਤੇ ਇੱਥੇ ਚੈਟ ਵਿੱਚ ਉਹਨਾਂ ਨੇ, ਮਨਮੀਤ ਭੈਣ ਜੀ ਨੇ ਆਪਣਾ ਈਮੇਲ ਵੀ ਸ਼ੇਅਰ ਕਰ ਦਿੱਤਾ ਹੈ। ਕਿਸੇ ਨੂੰ ਵੀ ਕੰਟੈਕਟ ਕਰਨਾ ਹੋਵੇ, ਕੋਈ ਵੀ ਕਿਸੇ ਨੂੰ ਸਵਾਲ ਹੋਣ, ਕੋਈ ਵੀ ਸਾਂਝ ਹੋਰ ਮੈਂ ਭੈਣ ਜੀ ਨਾਲ ਪਾਉਣਾ ਚਾਹੁੰਦੇ, ਤੇ she is free to do, please feel free to do that। ਤੇ ਭੈਣ ਜੀ ਨੂੰ ਕੋਈ ਸੰਕੋਚ ਨਾ ਕਰੇ ਜੇ ਕਿਸੇ ਨੇ ਵੀ ਕੋਈ ਗੱਲਬਾਤ ਕਰਨੀ ਹੋਵੇ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸੈਸ਼ਨ 'ਚ ਪਾਰਟਿਸਿਪੇਟ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।